ਇਸ ਚੀਜ਼ ਨੂੰ ਸਮਝ ਸਕੀਏ। ਇੱਕ ਵਾਰੀ ਮੈਂ ਫੇਰ ਰਿਪੀਟ ਕਰਦਾ, ਇਹ ਹਉਮੈ ਹੀ ਹੈ ਜਿਹੜੀ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ। ਜੀਵ ਜਿਹੜਾ ਹੈ, ਉਹ ਦੁਰਮਤ ਦੇ ਵਿੱਚ, ਮਨਮਤ ਦੇ ਵਿੱਚ ਐਸਾ ਲੀਨ ਹੋਇਆ ਪਿਆ ਹੈ, ਮਾਇਆ ਦੇ ਡੰਗ ਇਹਨੂੰ ਵਾਰ-ਵਾਰ ਵੱਜਦੇ ਹੈ, ਪਰ ਉਹ ਇਹਨਾਂ ਡੰਗਾਂ ਦਾ ਸਵਾਦ ਲੈ ਰਿਹਾ, ਚਸਕੇ ਲੈ ਰਿਹਾ। ਉਹ ਡੰਗ ਇਹਨੂੰ ਬਹੁਤ ਚੰਗੇ ਲੱਗ ਰਹੇ ਹੈ, ਕਿਉਂਕਿ ਉਹ ਮਨ ਦੇ ਪਿੱਛੇ ਲੱਗਾ ਤੇ ਮਨ ਦੇ ਪਿੱਛੇ ਲੱਗਣ ਕਰਕੇ ਇਹਨੇ ਜੋ ਜੀਵਨ ਦਾ ਲਾਹਾ ਸੀ, ਪਰਮਾਤਮਾ ਨੂੰ ਮਿਲਣ ਦੀ ਵਾਰੀ ਇਹਦੀ ਆਈ ਸੀ, ਉਹ ਵਾਰੀ ਲਗਾਤਾਰ ਗਵਾਈ ਜਾ ਰਿਹਾ। ਪਰ ਦੂਸਰੇ ਪਾਸੇ ਜਿਹੜੇ ਗੁਰੂ ਦੇ ਹੁਕਮ ਦੇ ਅੰਦਰ ਚੱਲਦੇ ਨੇ, ਹੁਕਮ ਦੇ ਅੰਦਰ ਤੁਰਦੇ ਨੇ, ਉਹ ਸਤਿਗੁਰ ਨੂੰ ਮਿਲ ਲੈਂਦੇ ਨੇ, ਜੀਵਨ ਦਾ ਮਨੋਰਥ ਖੱਟ ਲੈਂਦੇ। ਸਤਿਗੁਰ ਦਾ ਪ੍ਰਕਾਸ਼ ਹੁੰਦਾ, ਮਨ ਚੋਂ ਹਨੇਰਾ ਦੂਰ ਹੁੰਦਾ। ਮੁੱਕਦੀ ਗੱਲ ਕਿ ਕੋਈ ਵੀ ਹੋਰ ਰਸਤਾ ਨਹੀਂ ਹੈ ਸਿਵਾਏ ਅਕਾਲ ਪੁਰਖ ਦੇ ਨਾਮ ਜਪਣ ਤੋਂ ਬਿਨਾਂ, ਨਾਮ ਅਭਿਆਸ ਤੋਂ ਬਿਨਾਂ ਕੋਈ ਦੂਸਰਾ ਰਾਸਤਾ ਨਹੀਂ। ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਅਸੀਂ ਹਫ਼ਤੇ 'ਚ ਭਾਵੇਂ 1 ਵਾਰੀ ਜਾਈਏ ਗੁਰਦੁਆਰੇ, ਭਾਵੇਂ 7 ਵਾਰੀ ਜਾਈਏ, ਇਹ ਮਨ ਦੀ ਤਸੱਲੀ ਹੈ। ਕੀਰਤਨ ਭਾਵੇਂ ਅਸੀਂ 24 ਘੰਟੇ ਸੁਣ ਲਈਏ, ਭਾਵੇਂ ਅਸੀਂ 1 ਘੰਟਾ ਸੁਣ ਲਈਏ, ਪਾਠ ਅਸੀਂ ਭਾਵੇਂ 24 ਘੰਟੇ ਕਰ ਲਈਏ, ਭਾਵੇਂ 1 ਘੰਟਾ ਕਰ ਲਈਏ, ਗੱਲ ਉਦੋਂ ਬਣਦੀ ਹੈ ਜਦੋਂ ਇਸ ਗੁਰਬਾਣੀ ਗੁਰੂ ਨੂੰ ਪ੍ਰੈਕਟੀਕਲ ਅਸੀਂ ਜਿਉਣਾ ਹੈ। ਜਿਸ ਤਰ੍ਹਾਂ ਗੁਰਬਾਣੀ ਗੁਰੂ ਸਾਨੂੰ ਗਾਈਡ ਕਰਦੀ ਹੈ, ਉੱਦਾਂ ਅਸੀਂ ਆਪਣਾ ਜੀਵਨ ਬਣਾਉਣਾ। ਇੱਕ ਦਿਨ 'ਚ ਨਹੀਂ ਹੋਣਾ, ਹੌਲੀ-ਹੌਲੀ ਚੀਜ਼ਾਂ ਅਡਾਪਟ ਕਰਨੀਆਂ ਪੈਣੀਆਂ। ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਮਾਈਂਡਸੈਟ ਚੇਂਜ ਹੋਣਾ ਬੜਾ ਜ਼ਰੂਰੀ ਹੈ। ਸਾਡਾ ਮਾਈਂਡਸੈਟ ਇੱਥੇ ਹੀ ਖੜਾ ਹੈ ਕਿ ਅਸੀਂ 5 ਬਾਣੀਆਂ ਦਾ ਨਿਤਨੇਮ ਕਰਨਾ, ਸ਼ਾਮ ਨੂੰ ਬਾਣੀ ਪੜ੍ਹਨੀ ਹੈ, ਰਹਿਰਾਸ, ਸੋਦਰ ਤੇ ਗੁਰਦੁਆਰੇ ਜਾ ਆਉਣਾ, ਉੱਥੇ ਲੰਗਰ ਛਕ ਲੈਣਾ, ਦੇਗ ਛਕ ਲੈਣੀ। ਸਾਡਾ ਮਾਈਂਡਸੈਟ ਇੱਥੇ ਹੈ। ਇਹ ਚੀਜ਼ਾਂ ਰੱਬ ਦੇ ਮਿਲਾਪ ਦੇ ਰਸਤੇ ਦੀਆਂ ਚੀਜ਼ਾਂ ਨਹੀਂ ਨੇ। ਇਹ ਅਸੀਂ ਸੰਗਤ ਕਰਨੀ ਹੈ, ਗੁਰਦੁਆਰੇ ਜਾਣਾ, ਅਸੀਂ ਬਾਣੀ ਸਿੱਖਣ ਜਾਣਾ, ਬਾਣੀ ਨੂੰ ਮਾਨਣ ਜਾਣਾ, ਬਾਣੀ ਕੀ ਕਹਿੰਦੀ ਹੈ ਉਹਨੂੰ ਸੁਣਨ ਜਾਣਾ। ਲੰਗਰ ਅਸੀਂ ਛਕਣਾ ਸ਼ਬਦ ਦਾ, ਪਰ ਇਹ ਰੂਟੀਨ ਸਾਡਾ ਕੁਛ ਹੋਰ ਹੀ ਬਣ। ਲਾਸਟ ਵਿੱਚ ਅਸੀਂ ਪਿਛਲੇ ਹਫ਼ਤੇ ਆਹ ਵਾਲਾ ਬੰਦ ਨੰਬਰ 16 ਵਿਚਾਰਿਆ ਸੀ। ਸੁਨ ਨਿਰੰਤਰੇ ਦੀਜੈ ਬੰਦ। ਦੇਖੋ, ਪ੍ਰੋਨਾਂਸੀਏਸ਼ਨ ਗੁਰਬਾਣੀ ਦੀ ਜਿਸ ਤਰ੍ਹਾਂ ਹੁੰਦੀ ਹੈ ਔਰ ਜਿਵੇਂ ਅੱਜ ਆ ਕੇ ਗੁਰਬਾਣੀ ਨੂੰ ਵਿਆਕਰਣ ਦੇ ਵਿੱਚ ਬੰਨ੍ਹ ਦਿੱਤਾ, ਇਹ ਜਿਹੜੀ ਗੁਰਬਾਣੀ ਲਿਖੀ ਗਈ ਸੀ, ਰਚੀ ਗਈ ਸੀ, ਜਾਂ ਗੁਰਬਾਣੀ ਧੁਰ ਦਰਗਾਹ ਤੋਂ ਆਈ ਸੀ, ਉਹ ਵਿਆਕਰਣ ਵਿੱਚ ਬੱਝੀ ਨਹੀਂ ਆਈ ਸੀ। ਇਹ ਧੁਰ ਦਾ ਗਿਆਨ ਹੈ। ਵਿਆਕਰਣ ਪੰਜਾਬੀ ਬੋਲੀ ਵਾਸਤੇ ਹੈ, ਜ਼ਰੂਰ ਸਿੱਖੋ, ਜ਼ਰੂਰ ਪਤਾ ਹੋਣਾ ਚਾਹੀਦਾ ਉਹਦੇ ਬਾਰੇ। ਲੇਕਿਨ ਵਿਆਕਰਣ ਦੇ ਵਿੱਚ ਗੁਰਬਾਣੀ ਬੱਝੀ ਨਹੀਂ ਹੈ, ਫਿਰ ਤਾਂ ਵਿਆਕਰਣ ਮਹੱਤਵਪੂਰਨ ਹੋ ਗਿਆ। ਜੇ ਗੁਰਬਾਣੀ ਵਿਆਕਰਣ ਦੇ ਵਿੱਚ ਬੱਝੀ ਹੋਈ ਹੈ, ਫਿਰ ਤਾਂ ਵਿਆਕਰਣ ਮੁੱਖ ਹੋ ਗਿਆ ਨਾ, ਗੁਰਬਾਣੀ ਤੇ ਮੁੱਖ ਰਹੀ ਨਹੀਂ ਫਿਰ।
ਇਸ ਮਾਈਂਡਸੈਟ ਨੂੰ ਅਸੀਂ ਚੇਂਜ ਕਰਨਾ। ਵਿਆਕਰਣ ਠੀਕ ਹੈ ਬੋਲੀ ਵਾਸਤੇ, ਲੇਕਿਨ ਗੁਰਬਾਣੀ ਵਾਸਤੇ ਇੱਕੋ ਇੱਕ ਗੁਰ ਕੁੰਜੀ ਹੈ, ਨਾਮ ਦੀ ਕੁੰਜੀ ਹੈ, ਨਾਮ ਦੀ ਕੁੰਜੀ ਨਾਲ ਸਾਰਾ ਕੁਝ ਖੁੱਲਣਾ। ਸੁਨ ਨਿਰੰਤਰੇ, ਰਾਰੇ ਨੂੰ ਸਿਹਾਰੀ ਹੈ। ਦੇਖੋ, ਸਿਹਾਰੀ ਕਹਿੰਦੇ ਜੀ ਨਹੀਂ ਨਹੀਂ ਬੁਲਾਉਣੀ। ਅੱਜ ਮੈਂ ਇਸ ਚੀਜ਼ ਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਕਰਦਾ ਚੱਲੂੰਗਾ। ਤੁਹਾਡੀ ਮਨ ਦੀ ਇੱਛਾ ਹੈ, ਜਿਸ ਤਰ੍ਹਾਂ ਗੁਰਬਾਣੀ ਪੜ੍ਹਨੀ ਹੈ, ਜੇ ਤੁਹਾਨੂੰ ਉਹਦੇ 'ਚ ਆਨੰਦ ਆ ਰਿਹਾ, ਪਤਾ ਲੱਗ ਰਿਹਾ, ਵੈਰੀ ਗੁੱਡ। ਲੇਕਿਨ ਜਦੋਂ ਤੁਸੀਂ ਪਰਸਨਲੀ ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ, ਪਰਸਨਲੀ, ਨਾਟ ਪਬਲਿਕਲੀ ਜਾ ਕੇ ਆਪਾਂ ਪਾਠ ਏਦਾਂ ਕਰੀਏ, ਕੱਲੀ-ਕੱਲੀ ਸਿਹਾਰੀ ਔਰ ਔਂਕੜ ਜਿਹੜਾ ਹੈ, ਉਹਨੂੰ ਵਾਚਣਾ ਪਊਗਾ। ਸੁਨ ਨਿਰੰਤਰੇ ਦੀਜੈ ਬੰਧ, ਉੱਡੈ ਨ ਹੰਸਾ, ਪੜੈ ਨ ਕੰਧ, ਸਹਿਜ ਗੁਫਾ, ਘਰ ਜਾਣੈ ਸਾਚਾ, ਨਾਨਕ ਸਾਚੇ ਭਾਵੈ ਸਾਚਾ। ਹੁਣ ਇਹ ਕਹਿ ਦਿੰਦੇ ਆ ਜੀ ਸਿਹਾਰੀ ਨਹੀਂ ਬੁਲਾਉਣੀ, ਸਿਹਾਰੀ ਦਾ ਉਚਾਰਨ ਨਹੀਂ ਕਰਨਾ, ਲੇਕਿਨ ਸਿਹਾਰੀ ਜਿਹੜੀ ਹੈ ਉਹ ਮੀਨਿੰਗ ਨੂੰ ਚੇਂਜ ਕਰ ਦਿੰਦੀ ਹੈ। ਹੁਣ ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ। ਗੁਰਪ੍ਰਸਾਦ ਜਦੋਂ ਆਪਾਂ ਬੋਲਾਂਗੇ, ਉਹਦਾ ਮਤਲਬ ਹੈ ਗੁਰੂ ਦੀ ਕਿਰਪਾ। ਤੇ ਜਦੋਂ ਆਪਾਂ ਬੋਲਾਂਗੇ ਗੁਰਪ੍ਰਸਾਦ ਦੇ, ਦੱਦੇ ਨੂੰ ਸਿਹਾਰੀ ਲੱਗੀ ਹੋਏਗੀ, ਉਹ ਬਣੇਗਾ ਗੁਰੂ ਦੀ ਕਿਰਪਾ ਦੇ ਦੁਆਰਾ। ਹੁਣ ਇੱਥੇ ਹੈ, ਅੱਛਾ ਹੋਰ ਵੀ ਦੂਜੀ ਗੱਲ, ਆਪਾਂ ਬੋਲਦੇ ਹਾਂ ਵਾਹਿਗੁਰੂ। ਹੁਣ ਹਾਹੇ ਨੂੰ ਸਿਹਾਰੀ ਤੇ ਬੋਲ ਰਹੀ ਹੈ ਵਾਹਿਗੁਰੂ, ਬਾਕੀ ਸਿਹਾਰੀਆਂ ਕਿਉਂ ਨਹੀਂ ਬੋਲ ਰਹੀਆਂ? ਅੱਛਾ, ਜਿੱਥੇ ਔਂਕੜ ਨਹੀਂ ਬੁਲਾਉਣੇ, ਉੱਥੇ ਔਂਕੜ ਬੁਲਾਈ ਜਾ ਰਹੇ ਆ ਔਰ ਕੋਈ ਨੋਟਿਸ ਨਹੀਂ ਕਰ ਰਿਹਾ। ਠੀਕ ਹੈ, ਅਸੀਂ ਗੁਰਬਾਣੀ ਆਪਣੇ ਘਰਾਂ 'ਚ ਪੜ੍ਹਨੀ ਸਿੱਖੀ ਹੈ, ਲੇਕਿਨ ਇੰਪਰੂਵ ਤੇ ਕਰੀਏ ਨਾ ਉਹਨੂੰ, ਸੁਣ ਕੇ, ਸਮਝ ਕੇ। ਲੈ ਪਹਾੜ ਕਰੇ ਵਿਆਹੋ, ਉੱਥੇ ਹੋੜਾ ਹੀ ਬੁਲਾਈ ਜਾਂਦੇ ਆ। ਕੱਢ ਕਾਗਲ ਦੱਸੇ ਰਾਹੋ, ਉਹ ਭਾਈ ਇਹਨੂੰ ਕਿਉਂ ਨਹੀਂ ਆਪਾਂ ਔਂਕੜ ਧਿਆਨ 'ਚ ਜ਼ਰੂਰ ਰੱਖਣਾ, ਲੇਕਿਨ ਪ੍ਰੋਨਾਂਸੀਏਸ਼ਨ ਨਹੀਂ ਖਰਾਬ ਕਰਨੀ। ਲੈ ਪਹਾੜ ਕਰ ਵਿਆਹੋ ਕੀ ਹੋਇਆ? ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ। ਏਦਾਂ ਹੀ ਕਈ ਔਂਕੜ ਨੇ ਜਿਹੜੇ ਬਿਨਾਂ ਲੋੜ ਤੋਂ ਬੁਲਾਈ ਜਾਂਦੇ ਆ ਔਰ ਜਿਹੜੀ ਗੱਲ ਵੱਲ ਧਿਆਨ ਦੇਣਾ ਉਹ ਦਿੰਦੇ ਨਹੀਂ। ਐਨੀਵੇਜ਼, ਆਪਾਂ ਇੱਥੋਂ ਸ਼ੁਰੂ ਕਰਨਾ ਹੈ। ਇਹ ਆਪਾਂ ਕਰ ਚੁੱਕੇ ਹਾਂ 16ਵਾਂ ਨੰਬਰ ਬੰਦ, ਪਿਛਲੀ ਵਾਰੀ ਵਿਚਾਰ ਚੁੱਕੇ ਹਾਂ, ਲੇਕਿਨ ਇਹਨੂੰ ਇਨ ਸ਼ਾਰਟ ਦੇ ਵਿੱਚ ਆਪਾਂ ਲੜੀ ਜੋੜਨ ਵਾਸਤੇ ਵਿਚਾਰਾਂਗੇ। ਸੁਨ ਨਿਰੰਤਰੇ ਦੀਜੈ ਬੰਧ। ਹੁਣ ਉਹ ਸੁਨ ਅਵਸਥਾ ਜਿੱਥੇ ਕੰਪਲੀਟਲੀ ਜਿਹੜੀ ਜੀਵ ਆਤਮਾ ਹੈ, ਉਹ ਡਿਟੈਚਡ ਹੈ। ਇਹ ਸਟੇਟ ਆਫ ਮਾਈਂਡ ਹੈ। ਸੁੰਨ ਇਹ ਨਹੀਂ ਹੈ ਵੀ ਸੁੰਨ ਹੋ ਜਾਂਦਾ ਹੈ ਜਾਂ ਜਿੱਦਾਂ ਪੈਰ ਸੁੰਨ ਹੋ ਜਾਂਦਾ, ਨਾ। ਸੁੰਨ ਮਤਲਬ ਉਹ ਨਿਰਮਲ ਹੋ ਗਿਆ ਤੇ ਨਿਰੰਤਰ ਉਸ ਦੇ ਵਿੱਚ ਉਹ ਆਪਣਾ ਜਿਹੜਾ ਉਹਦਾ ਜੀਵਨ ਜਾ ਰਿਹਾ ਪ੍ਰਮਾਤਮਾ ਦੇ ਨਾਮ ਦੇ ਵਿੱਚ, ਕਿਉਂਕਿ ਉਹ ਉਸ ਅਵਸਥਾ 'ਚ ਜਾ ਕੇ ਕੇਵਲ ਨਾਮ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾਂ। ਹੋਰ ਸਾਨੂੰ ਕੀ ਚਾਹੀਦਾ? ਹੋਰ ਕਿੱਥੋਂ ਪ੍ਰੂਫ ਅਸੀਂ ਲੱਭ ਕੇ ਲੈ ਕੇ ਆਈਏ ਕਿ ਅਸੀਂ ਕੇਵਲ ਨਾਮ ਜਪਣਾ? ਕੇਵਲ ਨਾਮ ਜਪੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾਂ। ਹੁਣ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ। ਓਨਲੀ ਐਂਡ ਓਨਲੀ ਨਾਮ ਜ਼ਰੂਰੀ ਹੈ। ਨਾਮ ਜਪਣਾ ਜ਼ਰੂਰੀ ਹੈ। ਅਸੀਂ ਹੋਰ ਬਾਕੀ ਚੀਜ਼ਾਂ ਅਡੋਪਟ ਕਰ ਲਈਆਂ, ਪਰ ਨਾਮ ਨੂੰ ਅਸੀਂ ਅਡੋਪਟ ਕੀਤਾ ਹੀ ਨਹੀਂ, ਨਾਮ ਜਪਿਆ ਹੀ ਨਹੀਂ। ਸਾਡਾ ਮਾਈਂਡ ਜਿਹੜਾ ਫੋਕਸ ਨਹੀਂ ਹੋਇਆ, ਸਾਡੇ ਮਨ ਦੇ ਵਿਚਾਰ ਨਹੀਂ ਰੁਕੇ, ਸਾਡਾ ਮਨ ਪਵਿੱਤਰ ਨਹੀਂ ਹੋਇਆ ਔਰ ਅਸੀਂ ਰੱਬ ਦੀ ਦਰਗਾਹ ਤੱਕ ਪਹੁੰਚ ਨਹੀਂ ਕਰ ਸਕੇ। ਔਰ ਫਿਰ ਅਸੀਂ ਕਹਿ ਦਿੰਦੇ ਹਾਂ ਜੀ, ਕਈ ਮਤਲਬ ਮੈਂ ਟੋਟਲੀ ਗੱਲ ਕਰਦਾ, ਕਈ ਕਹਿ ਦਿੰਦੇ ਆ ਜੀ ਨਹੀਂ ਇਹ ਕੁਛ ਹੈ ਹੀ ਨਹੀਂ।
ਇਹ ਸਿਰਫ ਗੁਰਬਾਣੀ ਪੜ੍ਹੋ, ਗਾਓ ਤੇ ਆਪਣਾ ਜੀਵਨ ਸਾਫ਼-ਸੁਥਰਾ ਰੱਖੋ। ਠੀਕ ਹੈ, ਇਹ ਚੀਜ਼ ਤੇ ਬੜੀ ਜ਼ਰੂਰੀ ਹੈ, ਲੇਕਿਨ ਉਸ ਤੋਂ ਗਾਂਹ ਦੀ ਵੀ ਗੱਲ ਗੁਰਬਾਣੀ ਕਰਦੀ ਹੈ। ਹੁਣ ਲਗਾਤਾਰ ਨਿਰੰਤਰ ਉਸ ਅਵਸਥਾ ਦੇ ਵਿੱਚ ਅਭਿਆਸੀ ਰਹਿ ਰਿਹਾ ਹੈ, ਸੁਨ ਨਿਰੰਤਰੇ ਦੀਜੈ ਬੰਧ। ਤੇ ਮਾਇਆ ਨੂੰ ਜਿਹੜਾ ਹੈ, ਇਸ ਅਵਸਥਾ ਵਿੱਚ ਆ ਕੇ ਅਭਿਆਸੀ ਨੇ ਮਾਇਆ ਨੂੰ ਬੰਨਣ ਪਾਤਾ। ਮਾਇਆ ਉਹਦਾ ਕੁਛ ਵਿਗਾੜ ਨਹੀਂ ਸਕ ਰਹੀ, ਮਾਇਆ ਉਹਨੂੰ ਡਸ ਨਹੀਂ ਸਕ ਰਹੀ। ਫਿਰ ਉੱਡੈ ਨਾ ਹੰਸਾ, ਮਨ ਜਿਹੜਾ ਹੈ ਉਹ ਵਿਚਾਰਾਂ 'ਚ ਨਹੀਂ ਜਾਂਦਾ। ਪੜੈ ਨਾ ਕੰਧ, ਹੁਣ ਇਹ ਕਹਿੰਦੇ ਸਰੀਰ ਛਿਜਦਾ ਨਹੀਂ ਹੈ, ਇਹ ਪੋਸੀਬਲ ਹੈ? ਐਵੇਂ ਏਦਾਂ ਦੀਆਂ ਗੱਲਾਂ ਕਰੀ ਜਾਣੀਆਂ, ਆਪ ਹੁਦਰੀਆਂ ਜਾਂ ਬੇਤੁਕੀਆਂ ਗੱਲਾਂ, ਪੜ੍ਹੇ ਨਾ ਕੰਧ ਕਿ ਸਰੀਰ ਛਿਜਦਾ ਨਹੀਂ ਹੈ। ਉਹ ਭਾਈ ਇਹ ਸਿਸਟਮ ਹੈ, ਸਰੀਰ ਬੱਚਾ ਹੁੰਦਾ, ਉਦੋਂ ਬਾਅਦ ਜਵਾਨ ਹੁੰਦਾ, ਉਸ ਤੋਂ ਬਾਅਦ ਉਹ ਅੱਧ ਖੜ ਜਾਂਦਾ, ਉਸ ਤੋਂ ਬਾਅਦ ਉਹ ਬੁੱਢਾ ਹੋਣਾ ਸ਼ੁਰੂ ਹੁੰਦਾ, ਸਰੀਰ ਕਮਜ਼ੋਰ ਇਹ ਤੇ ਹੋਣਾ ਹੀ ਹੈ, ਨੈਚੁਰਲ ਹੈ। ਕਿੱਦਾਂ ਕਹਿ ਦਾਂਗੇ ਵੀ ਸਰੀਰ ਛਿਜਦਾ ਨਹੀਂ ਹੈ? ਇਹ ਨਹੀਂ ਹੈ, ਇਹ ਹੈ ਉੱਡੇ ਨਾ ਹੰਸਾ, ਮਨ ਬਾਹਰ ਜਾਂਦਾ ਨਹੀਂ ਹੈ। ਔਰ ਮਨ ਜਿਹੜਾ ਹੈ ਉਹ ਮੂਕ ਨਹੀਂ ਹੈ, ਉਹ ਡੈਡ ਨਹੀਂ ਹੈ, ਉਹ ਮਰਦਾ ਨਹੀਂ ਹੈ। ਪੜ੍ਹੈ ਨਾ ਕੰਧ, ਹੁਣ ਮਨ ਜਾਗ ਪਿਆ, ਪ੍ਰਕਾਸ਼ ਹੋ ਗਿਆ ਮਨ ਨੂੰ, ਇਸ ਕਰਕੇ ਉਹ ਮੂਕ ਨਹੀਂ ਹੈ, ਜਾਗ੍ਰਿਤੀ ਆ ਗਈ ਹੈ ਉਹਦੇ 'ਚ, ਉਹ ਇਨਕਲਾਬੀ ਹੋ ਗਿਆ। ਅੱਛਾ, ਅੱਗੇ ਸਹਿਜ ਗੁਫਾ ਘਰ ਜਾਣੈ ਸਾਚਾ। ਹੁਣ ਸਹਿਜ ਗੁਫਾ ਇਹ ਵੀ ਕੰਪਲੀਟਲੀ ਸਟੇਟ ਆਫ ਮਾਈਂਡ ਹੈ, ਜਿੱਥੇ ਬੰਦਾ ਬਿਲਕੁਲ ਸਹਿਜ ਦੇ ਵਿੱਚ ਆ ਗਿਆ, ਆਪਣੇ ਆਨੰਦ ਦੇ ਵਿੱਚ ਆ ਗਿਆ, ਕਰਮਖੰਡ ਦੀ ਅਵਸਥਾ ਦੇ ਵਿੱਚ ਆ ਗਿਆ। ਉੱਥੇ ਉਹ ਨਿਰੰਤਰ ਨਾਮ ਦੇ ਵਿੱਚ ਜਿਹੜਾ ਹੈ ਰੁੱਝਿਆ ਪਿਆ। ਜਿਉਂਦੇ ਜੀ ਜੈਸੇ ਜਲ ਮੈਂ ਕਮਲ ਨਿਰਾਲਮ, ਬਾਕੀ ਸਾਰਾ ਪਸਾਰਾ ਵੀ ਵਿੱਚ ਹੀ ਹੈ, ਉਹਦੀ ਕਿਰਤ ਵੀ ਵਿੱਚ ਹੀ ਹੈ, ਉਹਦਾ ਪਰਿਵਾਰ ਵੀ ਵਿੱਚ ਹੀ ਹੈ, ਸਮਾਜ ਵੀ ਵਿੱਚ ਹੀ ਹੈ, ਸਮਾਜਿਕ ਕਾਰਜ ਵੀ ਵਿੱਚ ਹੀ ਨੇ। ਲੇਕਿਨ ਅੰਦਰੂਨੀ ਤੌਰ ਤੇ ਇਹੀ ਬਿਊਟੀ ਹੈ ਗੁਰੂ ਨਾਨਕ ਦੇ ਘਰ ਦੀ, ਕਿ ਇੱਥੇ ਹੀ ਰਹਿ ਕੇ ਸਾਰਾ ਕੁਝ ਕਰਨਾ ਹੈ, ਇੱਥੇ ਹੀ ਵਿੱਚ ਹੀ ਰਹਿ ਕੇ ਉਹਦੇ ਤੋਂ ਡਿਟੈਚ ਹੋਣਾ ਔਖਾ ਕੰਮ ਹੈ, ਲੇਕਿਨ ਇਹ ਅਵਸਥਾ ਆ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ। ਤੇ ਆਪਣੇ ਐਸ ਸਰੀਰ ਦੇ ਅੰਦਰ ਘਰ ਜਿਹੜਾ ਹੈ ਉਹ ਆਪਣਾ ਸਰੀਰ ਹੀ ਹੈ। ਉਸ ਪਰਮਾਤਮਾ ਨੂੰ ਜਾਣ ਰਿਹਾ, ਉਸ ਪਰਮਾਤਮਾ ਨਾਲ ਮਿਲਾਪ ਕਰ ਰਿਹਾ, ਜਾਣੈ ਸਾਚਾ, ਉਹਨੂੰ ਘੋਖ ਰਿਹਾ, ਉਹਨੂੰ ਦੇਖ ਰਿਹਾ, ਉਹਦੀਆਂ ਕੀ ਵਿਸ਼ੇਸ਼ਤਾਈਆਂ ਨੇ, ਉਹ ਕਿਸ ਤਰ੍ਹਾਂ ਦਾ। ਨਾਨਕ ਸਾਚੇ ਭਾਵੈ ਸਾਚਾ, ਤੇ ਗੁਰਪ੍ਰਸਾਦ ਦੇ ਨਾਲ ਸਾਚੇ ਭਾਵੈ ਸਾਚਾ, ਤੇ ਉਸ ਦੀ ਕਿਰਪਾ ਦੇ ਦੁਆਰਾ ਉਹ ਜੀਵ ਆਤਮਾ ਉਸ ਅਕਾਲ ਪੁਰਖ ਨੂੰ ਵੀ ਭਾ ਰਹੀ ਹੈ। ਹੁਣ ਆਪਾਂ ਇਸ ਤੋਂ ਅੱਗੇ ਅੱਜ ਦੀ ਵਿਚਾਰ ਸ਼ੁਰੂ ਕਰਨੀ ਹੈ। ਨੰਬਰ 17, ਉਹ ਸਵਾਲ ਜਿਹੜਾ ਹੈ ਆ ਰਿਹਾ ਇੱਥੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਇਹ ਲੜੀ ਜੋੜਨ ਲਈ ਜਿਹੜੇ ਲਾਈਵ ਸੁਣਦੇ ਆ, ਬਹੁਤ ਅੱਛਾ, ਉਹਨਾਂ ਨੂੰ ਯਾਦ ਚੀਜ਼ਾਂ ਰਹਿ ਜਾਂਦੀਆਂ ਨੇ, ਪਰ ਜਿਹੜੇ ਨਵੇਂ ਆ ਰਹੇ ਨੇ ਜਾਂ ਮੈਨੂੰ ਕਈ ਮੈਸੇਜਿਸ ਆਉਂਦੇ ਨੇ, ਕਿਉਂਕਿ ਕਈ ਇੱਥੇ ਮੀਟਿੰਗ 'ਚ ਨਹੀਂ ਆਉਂਦੇ, ਬਾਅਦ 'ਚ ਰਿਕਾਰਡਿੰਗ ਸੁਣਦੇ ਨੇ, ਸੋ ਉਹ ਲੜੀ ਜੋੜਨ ਵਾਸਤੇ ਉਹਨਾਂ ਨੂੰ ਫਿਰ ਪਿਛਲਾ ਸੁਣਨਾ ਪਊਗਾ ਥੋੜ੍ਹਾ ਬਹੁਤ। ਅੱਛਾ, ਇਹ ਜਿਹੜੇ ਸਿੱਧ ਨੇ, ਉਹ ਕਹਿੰਦੇ ਵੀ ਚੱਲ ਅਸੀਂ ਤੇ ਬਾਬਾ ਪੰਗਾ ਲਿਆ ਹੀ ਲਿਆ ਸੀ, ਅਸੀਂ ਛੱਡ ਛੁੱਡ ਕੇ ਸਾਰਾ ਕੁਛ ਆ ਗਏ ਇੱਥੇ ਜੰਗਲਾਂ 'ਚ, ਕੰਦ ਮੂਲ ਖਾ ਰਹੇ ਆ, ਪੱਤਿਆਂ ਦੇ ਹੀ ਸਾਡੇ ਵਸਤਰ ਬਣਾਏ ਹੋਏ ਆ। ਜਿਹੜੇ ਕੰਮ ਅਸੀਂ ਪਿੱਛੇ ਸਾਰਾ ਡਿਸਕਸ ਕਰਕੇ ਆਏ ਆ ਆਪਾਂ 16 ਪਦਿਆਂ ਦੇ ਵਿੱਚ। ਕਹਿੰਦੇ ਬਾਬਾ ਤੂੰ ਇਹ ਪੰਗਾ ਕਿਉਂ ਲੈ ਲਿਆ? ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਤੂੰ ਆਪਣਾ ਘਰ ਕਿਉਂ ਛੱਡ ਗਿਆ? ਤੂੰ ਕਿਉਂ ਉਦਾਸੀ ਬਣ ਗਿਆ? ਉਦਾਸੀ ਇਹ ਕੋਈ ਯਾਤਰਾ ਨਹੀਂ ਹੈ,
ਉਦਾਸੀ ਕੋਈ ਯਾਤਰਾ ਨਹੀਂ, ਮੈਂ ਹੁਣੇ ਕਲੀਅਰ ਕਰਦਾ ਇਸ ਚੀਜ਼ ਨੂੰ। ਉਦਾਸੀ ਮਤਲਬ ਉਪਰਾਮ ਹੋਣਾ, ਜਿੱਦਾਂ ਮੁੱਖ ਮੋੜ ਲੈਣਾ। ਇੱਕ ਕੰਮ ਆਪਾਂ ਕਰਦੇ ਹਾਂ, ਸਾਡਾ ਪਰਿਵਾਰ ਹੈ, ਤੇ ਜਿੱਦਾਂ ਉਹ ਜਿਹੜੇ ਸੋ ਕਾਲਡ ਸਿੱਧ ਜਿਨ੍ਹਾਂ ਦੇ ਨਾਲ ਬਾਬੇ ਦੀ ਵਾਰਤਾਲਾਪ ਹੋ ਰਹੀ ਹੈ, ਉਹ ਉਸ ਪਾਸੇ ਤੋਂ ਮੂੰਹ ਮੋੜ ਕੇ ਪਤੀ ਪਰਮਾਤਮਾ ਨੂੰ ਪਾਉਣ ਖਾਤਰ ਤਿਆਗ ਦਿੰਦੇ ਸੀ ਆਪਣਾ ਘਰ-ਬਾਰ, ਮਾਇਆ ਆਦਿ, ਰਾਜ ਵੀ ਛੱਡੇ ਕਈਆਂ। ਕਹਿੰਦੇ ਤੇਰੇ ਵਿਚਾਰ ਏਦਾਂ ਦੇ ਆ ਬਾਬਾ, ਤੂੰ ਵਿਚਾਰ ਤੇਰੇ ਬੜੇ ਅੱਛੇ ਨੇ, ਹੁਣੇ ਹੌਲੀ-ਹੌਲੀ ਬਿਲਕੁਲ ਢਹਿ ਪੈਣਗੇ ਬਾਬੇ ਦੇ ਅੱਗੇ। ਕਹਿੰਦੇ ਤੂੰ ਕਿਉਂ ਉਦਾਸੀ ਬਣ ਗਿਆ? ਤੂੰ ਕਿਉਂ ਇੱਧਰ ਆ ਗਿਆ? ਜੇ ਤੇਰੇ ਵਿਚਾਰ ਇਸ ਤਰ੍ਹਾਂ ਦੇ ਆ। ਕਿਸ ਕਾਰਨ? ਇਹ ਭੇਖ ਨਿਵਾਸੀ। ਹੁਣ ਭੇਖ ਜਿਹੜਾ ਇਹ ਡਰੈਸ ਨਹੀਂ ਹੈ। ਬਾਬੇ ਨਾਨਕ ਨੇ ਕੋਈ ਕੋਈ ਖਾਸ ਕਿਸਮ ਦੀ ਡਰੈਸ ਨਹੀਂ ਪਾਈ। ਨਾ ਹੀ ਇਹ ਧਰਮ ਸੀ ਬਾਬੇ ਨਾਨਕ ਦਾ ਕਿ ਡਰੈਸ ਪਾ ਕੇ ਮੈਂ ਆਪਣੇ ਆਪ ਨੂੰ ਵੱਖਰਾ ਬਣਾਵਾਂ। ਇਹ ਭੇਖ ਜਿਹੜਾ ਹੈ, ਇਹਦਾ ਮਤਲਬ ਹੈ ਡਿਸਿਪਲਿਨ। ਵੀ ਤੂੰ ਇਹ ਡਿਸਿਪਲਿਨ ਕਿੱਦਾਂ ਧਾਰਨ ਕਰ ਲਿਆ? ਤੇਰੇ ਤੇ ਵਿਚਾਰ, ਤੂੰ ਤੇ ਕਹਿਣਾ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸਾਣੈ। ਪਰ ਤੂੰ ਜਿਹੜਾ ਇਹ ਡਿਸਿਪਲਿਨ ਕਿੱਦਾਂ ਇਹਨੂੰ ਅਪਣਾ ਲਿਆ? ਅੱਛਾ, ਫਿਰ ਕਿਸ ਵਖਰ ਕੇ ਤੁਮ ਵਣਜਾਰੇ, ਤੇਰਾ ਕਿਸ ਚੀਜ਼ ਦਾ ਵਪਾਰ ਤੂੰ ਕਰਦਾ? ਕੀ ਦੇਂਗਾ ਤੇ ਕੀ ਤੈਨੂੰ ਮਿਲੇਗਾ? ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਤੂੰ ਕਿਸ ਤਰ੍ਹਾਂ ਜਿਹੜਾ ਤੇਰਾ ਸਾਥ ਹੋਏਗਾ, ਜਿਹੜੇ ਤੈਨੂੰ ਸੁਣਨ ਵਾਲੇ ਹੋਣਗੇ, ਜਿਹੜੇ ਤੇਰੇ ਗਿਆਨ ਨਾਲ ਸਾਂਝ ਪਾਉਣ ਵਾਲੇ ਹੋਣਗੇ, ਉਹਨਾਂ ਨੂੰ ਕਿਵੇਂ ਪਾਰ ਲੰਘਾਏਗਾ? ਜਿਹੜੇ ਤੇਰੇ ਫਾਲੋਅਰਸ ਨੇ, ਜਿਹੜੇ ਤੈਨੂੰ ਸੁਣਨ ਵਾਲੇ ਨੇ, ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਣ ਵਾਸਤੇ ਕਿਹੜਾ ਰਾਹ ਦੱਸੇਗਾ? ਹੁਣ ਇਹ ਥੋੜਾ ਜਿਹਾ ਮਾਈਂਡਸੈਟ ਡਿਫਰੈਂਟ ਕਰਨਾ ਪੈਣਾ ਸਾਨੂੰ। ਅਸੀਂ ਬਿਲਕੁਲ ਮੱਖੀ ਤੇ ਮੱਖੀ ਨਹੀਂ ਮਾਰਨੀ। ਜੋ ਸਾਨੂੰ ਅਰਥ ਦੱਸੇਗੇ, ਠੀਕ, ਵੈਲ ਐਂਡ ਗੁੱਡ, ਸਤਿਕਾਰ ਕਰੋ ਉਹਨਾਂ ਦਾ। ਲੇਕਿਨ ਅਸੀਂ ਇੱਕੋ ਇੱਕ ਗੱਲ ਪ੍ਰਚਾਰਦੇ ਆ ਰਹੇ ਹਾਂ ਕਿ ਨਾਮ ਜਪਣਾ ਬਹੁਤ ਜ਼ਰੂਰੀ ਹੈ। ਹੋਰ ਕੋਈ ਚੀਜ਼ ਸਿੱਖੀ 'ਚ ਪ੍ਰਵਾਨ ਹੀ ਨਹੀਂ ਹੈ। ਨਾਲੇ ਸਿੱਖੀ ਹੁੰਦੀ ਸੁਰਤ ਦੀ ਹੈ। ਸਾਡੀ ਜਿਹੜੀ ਸੁਰਤ ਹੈ ਨਾ, ਇਹ ਸਿੱਖ ਹੁੰਦੀ ਹੈ। ਸਾਡਾ ਸਰੀਰ ਸਿੱਖ ਨਹੀਂ ਹੁੰਦਾ। ਸਰੀਰ ਤੇ ਸਾਰਿਆਂ ਦੇ ਸੇਮ ਆ, ਚਾਹੇ ਕ੍ਰਿਸਚਨ ਹੋਵੇ, ਮੁਸਲਿਮ ਹੋਵੇ, ਹਿੰਦੂ ਹੋਣ, ਸਿੱਖ ਹੋਣ, ਸਰੀਰ ਸਾਰਿਆਂ ਦੇ ਇੱਕੋ ਜਿਹੇ ਆ। ਓਦਾਂ ਹੀ ਸਾਰਾ ਕੁਝ ਚੱਲਦਾ ਸਰੀਰ ਦੇ ਅੰਦਰ। ਹਾਂ, ਸੁਰਤੀ ਜਿਹੜੀ ਹੈ, ਉਹਨੂੰ ਅਸੀਂ ਜਾਗਰੂਕ ਬਣਾਉਣਾ। ਸਿੱਧੀ ਪੱਧਰੀ ਗੱਲ ਹੈ ਵੀ ਤੂੰ, ਕਹਿੰਦੇ ਅਸੀਂ ਤੇ ਚੱਲ ਕੀਤਾ ਵੀ ਤੂੰ ਇਹ ਕਿਉਂ ਕੀਤਾ? ਤੂੰ ਕਿਉਂ ਛੱਡ ਕੇ ਆਇਆ ਘਰ-ਬਾਰ? ਤੂੰ ਕਿਉਂ ਉਦਾਸੀ ਹੋ ਕੇ ਆਇਆ? ਤੂੰ ਇਹ ਡਿਸਿਪਲਿਨ ਕਿਉਂ ਅਪਣਾਇਆ? ਤੇਰੇ ਤੇ ਵਿਚਾਰ ਏਦਾਂ ਦੇ ਆ, ਜਿਹੜੇ ਵਿਚਾਰ ਪਿੱਛੇ ਸੁਣ ਕੇ ਆਏ ਨੇ ਸਿੱਧ। ਕਹਿੰਦੇ ਤੇਰਾ ਵਪਾਰ ਕਿਸ ਤਰ੍ਹਾਂ ਦਾ? ਕੀ ਤੂੰ ਕਰਦਾ ਤੇ ਕੀ ਤੈਨੂੰ ਮਿਲੇਗਾ? ਤੇ ਜਿਹੜੇ ਤੇਰੇ ਸਿੱਖ ਅੱਗੇ, ਜਿਹੜੇ ਤੈਨੂੰ ਸੁਣਨ ਵਾਲੇ ਹੋਣਗੇ, ਉਹਨਾਂ ਨੂੰ ਕਿਸ ਤਰ੍ਹਾਂ ਐਸ ਬੰਨੇ ਲਾਏਂਗਾ? ਉਹਨਾਂ ਨੂੰ ਕਿੱਦਾਂ ਪਾਰ ਲੰਘਾਏਗਾ? ਕਿਹੜੀ ਸਿੱਖਿਆ ਲੈ ਕੇ ਉਹ ਪਾਰ ਲੰਘਣਗੇ? ਅੱਛਾ ਜੀ, ਹੁਣ ਅਸੀਂ ਗੱਲ ਕਰਦੇ ਆ ਰਹੇ ਹਾਂ ਗੁਰਮੁਖ ਸਿਸਟਮ ਦੀ। ਗੁਰਮੁਖ ਸਿਸਟਮ ਅਸੀਂ ਬਹੁਤ ਕਲੀਅਰ ਕਰਕੇ ਆਏ ਹਾਂ। ਗੁਰਮੁਖ ਸਿਸਟਮ ਸਾਨੂੰ ਕੀ ਕਹਿੰਦਾ? ਗੁਰਮੁਖ ਸਿਸਟਮ ਹੈ, ਇਹ ਜਿੱਥੇ ਕਿਤੇ ਵੀ ਖੱਖੇ ਨੂੰ ਸਿਹਾਰੀ ਹੈ, ਉੱਥੇ ਇੱਕ ਬਾਬੇ ਨਾਨਕ ਦੇ ਘਰ ਦਾ ਸਿਸਟਮ ਹੈ। ਉਹ ਕੀ ਹੈ? ਉਹ ਹੈ ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਵਿੱਚ ਭਰੋਸਾ, ਇੱਕ ਦੁਆਰਾ ਦੀਖਿਅਤ, ਔਰ ਇੱਕ ਦਾ ਜਾਪ ਕਰਨਾ, ਇੱਕ ਨੂੰ ਮੰਨਣਾ। ਹੁਣ ਇਹ ਕਹਿੰਦੇ ਜੀ ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਆ। ਨਹੀਂ, ਇਹਨਾਂ ਨੇ ਨਾਮ ਲੈ ਲਿਆ ਇੱਥੇ ਵੀ ਗੁਰਮੁਖ ਖਰੇ ਕੋਈ ਬੰਦਾ ਦਾੜਾ ਖੁੱਲਾ ਗਾਤਰਾ ਪਾਇਆ, ਕੁੜਤਾ ਪਜਾਮਾ ਤੇ ਦਸਤਾਰ ਸਜਾਈ ਤੇ ਹਜੂਰੀਆ ਗਲ 'ਚ ਪਾਇਆ ਗੋਡਿਆਂ ਤੱਕ, ਜਿਹੜਾ ਥੱਲੇ ਆ ਰਿਹਾ, ਉਹ ਖਰੇ ਗੁਰਮੁਖ ਆ। ਨਹੀਂ, ਇਹ ਬਾਬੇ ਨਾਨਕ ਦੇ ਘਰ ਦਾ ਸਿਸਟਮ ਹੈ। ਗੁਰਮੁਖੇ ਖੋਜਤ। ਅਸੀਂ ਚੀਜ਼ਾਂ ਨੂੰ ਮੰਨ ਕੇ ਬੰਦੇ ਖੋਜ ਦਿਲ ਹਰ ਰੋਜ਼, ਇਹਨੂੰ ਇਹ ਕਬੀਰ ਸਾਹਿਬ ਦੀ ਬਾਣੀ ਹੈ। ਲੇਕਿਨ ਬਾਣੀ ਨੂੰ ਬਾਣੀ ਨਾਲ ਖੋਲਣਾ, ਅਸੀਂ ਕੀ ਖੋਜਣਾ ਦਿਲ ਨੂੰ? ਇੱਕ ਦਿਨ
ਅੱਜ ਵੀ ਮੈਂ ਉੱਠਿਆ, ਅੱਜ ਮੈਂ ਡਿਸਾਈਡ ਕਰ ਲਿਆ ਵੀ ਲੈ ਵੀ ਮੈਂ ਅੱਜ ਤੋਂ ਮਾੜੇ ਕੰਮ ਨਹੀਂ ਕਰਨੇ, ਅੱਜ ਤੋਂ ਮਨ ਦੇ ਪਿੱਛੇ ਨਹੀਂ ਲੱਗਣਾ, ਮੈਂ ਅੱਜ ਰੱਬ ਨੂੰ ਮੰਨਣਾ। ਤੇ ਹਰ ਰੋਜ਼ ਖੋਜ, ਅਗਲੇ ਦਿਨ ਮੈਂ ਕੀ ਕਰੂੰਗਾ? ਕੁਛ ਵੀ ਨਹੀਂ। ਫੈਸਲਾ ਤੇ ਮੈਂ ਕਰ ਲਿਆ। ਸੋ ਖੋਜਣਾ ਜਿਹੜਾ ਹੈ ਉਹ ਕੋਈ ਚੀਜ਼ ਟਾਰਚ ਲੈ ਕੇ ਲੱਭਣਾ ਨਹੀਂ ਹੈ, ਦੀਵਾ ਲੈ ਕੇ ਲੱਭਣਾ ਨਹੀਂ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਿਤਾ ਪ੍ਰਤੀ ਨਾਮ ਜਪਣਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਇਹ ਹੈ ਖੋਜਣਾ, ਇਹ ਹੈ ਖੋਜਣਾ। ਹੋਰ ਖੋਜਣਾ ਕੋਈ ਐ ਨਹੀਂ ਲੱਭਣੀ ਕੋਈ ਚੀਜ਼ ਜਾ ਕੇ, ਉਹ ਖੋਜਣਾ ਭਏ ਉਦਾਸੀ। ਵੀ ਮੈਂ ਇੱਕ ਰੱਬ ਦੇ ਪ੍ਰਬੰਧ ਨੂੰ ਮੰਨਦਾ ਹਾਂ, ਇਸ ਸਿਸਟਮ ਨੂੰ ਮੰਨਦਾ, ਮੈਂ ਇੱਕ ਅਕਾਲ ਪੁਰਖ ਨੂੰ ਮੰਨਦਾ, ਇੱਕ ਅਕਾਲ ਪੁਰਖ ਦੇ ਵਿੱਚ ਮੇਰਾ ਭਰੋਸਾ ਹੈ, ਇੱਕ ਅਕਾਲ ਪੁਰਖ ਤੋਂ ਮੈਂ ਦੀਖਿਤ ਹੁੰਦਾ ਔਰ ਇੱਕ ਅਕਾਲ ਪੁਰਖ ਦਾ ਮੈਂ ਜਪ ਕਰਦਾ ਰੋਜ਼, ਨਿਤਾ ਪ੍ਰਤੀ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਅਸੀਂ ਆ ਵੇਲੇ-ਵੋਲੇ ਦਾ ਸਾਰਾ ਪਿੱਛੇ ਕਲੀਅਰ ਕਰ ਰਹੇ ਹਾਂ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਇਹ ਸ਼ਬਦ ਹੈ, ਇਹਦੇ ਚ ਸਰਬ ਵੇਲਾ ਹੈ ਸਾਡੇ ਵਾਸਤੇ। ਕੋਈ ਇੱਕ ਵੇਲਾ ਖਾਸ ਨਹੀਂ ਹੁੰਦਾ, ਕੋਈ ਇੱਕ ਵੇਲਾ ਖਾਸ ਨਹੀਂ ਹੈ, ਨੋਟ ਕਰਿਓ। ਸਰਬ ਵੇਲਾ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਜਦੋਂ ਇਸ ਪਾਸੇ ਵੱਲ ਤੁਹਾਡਾ ਜੀ ਕਰ ਰਿਹਾ, ਉਸ ਵੇਲੇ ਤੁਸੀਂ ਨਾਮ ਅਭਿਆਸ ਕਰੋ। ਖੁੱਲੀ ਛੁੱਟੀ ਹੈ, ਕੋਈ ਟਾਈਮ ਦੀ ਰਿਸਟ੍ਰਿਕਸ਼ਨ ਨਹੀਂ ਹੈ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਕਿਹੜੇ ਵੇਲੇ ਨੂੰ ਚੰਗਾ ਮੰਨੋਗੇ, ਕਿਹੜੇ ਵੇਲੇ ਨੂੰ ਮਾੜਾ ਮੰਨੋਗੇ? ਜਿਹੜੇ ਵੇਲੇ ਨੂੰ ਕਹੋਗੇ ਵੀ ਮੁਹੂਰਤ ਨਹੀਂ ਹੈ, ਇਹ ਵੇਲਾ ਮਾੜਾ ਹੈ, ਉਸ ਵੇਲੇ ਫਿਰ ਪਤੀ ਪਰਮੇਸ਼ਰ ਕਿੱਥੇ ਹੈ? ਉਹਦਾ ਉਹ ਫਿਰ ਵੈਲਿਊ ਤੇ ਉਹ ਚੀਜ਼ ਦੀ ਹੋਗੀ ਜਿੱਥੋਂ ਬਾਬਾ ਨਾਨਕ ਸਾਨੂੰ ਤੋੜ ਰਿਹਾ। ਵੈਲਿਊ ਤੇ ਫਿਰ ਉਹ ਵੇਲੇ ਦੀ ਹੋਗੀ, ਖਾਸ ਵੇਲੇ ਦੀ। ਪਰਮਾਤਮਾ ਦੀ ਤੇ ਵੈਲਿਊ ਰਹੀ ਨਹੀਂ ਨਾ। ਪਰ ਇਹ ਸਿੱਖੀ ਦਾ ਸਿਸਟਮ ਨਹੀਂ ਹੈ। ਸਿੱਖੀ ਦਾ ਸਿਸਟਮ ਹੀ ਇੱਕ ਤੇ ਭਰੋਸਾ, ਇੱਕ ਨੂੰ ਮੰਨਣਾ, ਇੱਕ ਨਾਲ ਪ੍ਰਤੀਤ ਔਰ ਇੱਕ ਸ਼ਬਦ ਦਾ ਜਾਪ ਕਰਨਾ। ਕਹਿੰਦੇ ਮੈਂ ਉਪਰਾਮ ਹੋਇਆ, ਮੈਂ ਉਦਾਸੀ ਹੋਇਆ, ਪਰ ਮੈਂ ਗੁਰਮੁਖ ਸਿਸਟਮ ਦੇ ਵਿੱਚ ਰਹਿਣਾ। ਗੁਰਮੁਖ ਖੋਜਿਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਹੁਣ ਇੱਥੇ ਪੁੱਛਿਆ ਨਾ ਕਿਸ ਕਾਰਨ ਇਹ ਭੇਖ ਨਿਵਾਸੀ, ਉਹ ਕਹਿੰਦੇ ਦਰਸ਼ਨ ਕੈ ਤਾਈ ਭੇਖ ਨਿਵਾਸੀ। ਹੁਣ ਇੱਥੇ ਫੇਰ ਇਹ ਨਾ ਲਿਖਤਾ ਵੀ ਗੁਰਮੁਖਾਂ ਦੇ ਦਰਸ਼ਨਾਂ ਲਈ ਭੇਖ ਧਾਰਿਆ ਸੀ ਨਾ। ਇਹ ਤੇ ਅਸੀਂ ਉਹ ਫਿਲਾਸਫੀ ਸਾਰੀ ਕਈ ਥਾਂ ਤੇ ਕੱਟ ਦੇਗੀ ਇਸ ਚੀਜ਼ ਨੂੰ। ਦਰਸ਼ਨ, ਇੱਕ ਗੱਲ ਸੋਚ ਲਿਓ, ਇੱਕ ਗੱਲ ਪੱਲੇ ਬੰਨ ਲਿਓ, ਅਕਾਲ ਪੁਰਖ ਦੇਹ ਦੇ ਵਿੱਚ ਨਹੀਂ ਹੈ। ਤੇ ਜਿਹੜੀ ਚੀਜ਼ ਹੈ ਹੀ ਨਹੀਂ ਹੈ, ਜਿਸ ਤਰ੍ਹਾਂ ਹਵਾ ਹੈ, ਹਵਾ ਨੂੰ ਅਸੀਂ ਦੇਖ ਸਕਦੇ ਹਾਂ? ਨਹੀਂ। ਮਾਣ ਸਕਦੇ ਹਾਂ ਉਹਨੂੰ, ਮਹਿਸੂਸ ਕਰ ਸਕਦੇ ਹਾਂ। ਹਵਾ ਤੱਤੀ ਠੰਡੀ ਦਾ ਪਤਾ ਲੱਗ ਸਕਦਾ। ਹੁਣ ਇਹ ਦਰਸ਼ਨ ਇੱਥੇ ਕੁਛ ਨਹੀਂ ਹੋਣਾ ਵੀ ਤੁਹਾਨੂੰ ਇੱਥੇ ਦਰਸ਼ਨ ਹੋਣਗੇ ਨਾ। ਨਾ, ਇਹ ਸਿਰਫ ਮਾਈਂਡ ਸੈਟ ਹੈ। ਗਾਂ ਗਿਆਨ ਆਏਗਾ, ਆਪਾਂ ਉਦੋਂ ਕਲੀਅਰ ਕਰਾਂਗੇ। ਪਰ ਇੱਥੇ ਦੇ ਹਿਸਾਬ ਨਾਲ ਆਪਾਂ ਹੁਣ ਚੱਲਣਾ। ਦਰਸ਼ਨ ਕੈ ਤਾਈ ਭੇਖ ਨਿਵਾਸੀ। ਉਸ ਅਕਾਲ ਪੁਰਖ ਨੂੰ, ਉਸ ਪਰਮਾਤਮਾ ਨੂੰ ਮੰਨਣ ਵਾਸਤੇ ਮੈਂ ਇਹ ਡਿਸਿਪਲਿਨ ਧਾਰਿਆ। ਮੈਂ ਦੁਨੀਆ 'ਚ ਵੀ ਰਹਿ ਰਿਹਾ, ਪਰ ਮੈਂ ਆਪਣੇ ਮਨ ਨੂੰ ਮਾਇਆ ਤੋਂ ਮੋੜ ਵੀ ਲਿਆ। ਉਦਾਸੀ ਵੀ ਮੈਂ ਹੋ ਗਿਆ। ਉਦਾਸੀ ਦਾ ਭਾਵ ਮਨ ਨੂੰ ਮਾਇਆ ਦੇ ਵਿੱਚ ਨਹੀਂ ਜਾਣ ਦਿੰਦਾ, ਮਨ ਨੂੰ ਵਿਚਾਰਾਂ ਦੇ ਵਿੱਚ ਨਹੀਂ ਜਾਣ ਦਿੰਦਾ। ਮੈਂ ਮਨ ਨੂੰ ਅਕਾਲ ਪੁਰਖ ਦੇ ਨਾਮ ਦੇ ਵਿੱਚ ਲਾ ਲਿਆ। ਦਰਸ਼ਨ ਕੈ ਤਾਈ, ਇਹ ਸਟੇਟ ਆਫ ਮਾਈਂਡ, ਕਰਮਖੰਡ ਦੀ ਜਿਹੜੀ ਅਵਸਥਾ, ਅਭਿਆਸੀ ਦੀ ਅਵਸਥਾ ਆਊਗੀ, ਇਹ ਸਿਰਫ ਉੱਥੇ ਜਾ ਕੇ ਮਹਿਸੂਸ ਹੋਊਗਾ ਕਿ ਕਿਸ ਤਰ੍ਹਾਂ ਸਾਚ ਵਖਰ ਕੇ ਹਮ ਵਣਜਾਰੇ। ਮੈਂ ਸਿਰਫ ਨਾਮ ਦਾ ਮੇਰਾ ਵਪਾਰ ਹੈ। ਸੱਚਾ ਸੌਦਾ ਹਰ ਨਾਮ ਹੈ, ਕੋਈ ਦੂਜਾ ਸੱਚਾ ਸੌਦਾ ਨਹੀਂ ਹੈ। ਐਸੀਆਂ ਨਿਰਮਲਿਆਂ ਨੇ ਕਹਾਣੀਆਂ ਲਿਖ-ਲਿਖ ਕੇ ਸਾਨੂੰ ਐਸਾ ਸਾਡਾ ਮਾਈਂਡ ਬ੍ਰੇਨ ਵਾਸ਼ ਕੀਤਾ, ਤੁਸੀਂ ਗੱਲਾਂ ਹੀ ਛੱਡ ਦਿਓ।
ਮੈਂ ਨਾਮ ਨਹੀਂ ਲੈਣਾ ਕਿਸੇ ਦਾ, ਪਰ ਬੜੇ-ਬੜੇ ਜਿਹੜੀ ਕਿਤਾਬਾਂ, ਚਮਤਕਾਰ ਜਾਂ ਹੋਰ ਲਿਖੇ ਪਏ ਐ, ਇਹ ਸਾਰੇ ਨਿਰਮਲੇ ਇਹ ਬਾਬੇ ਸ਼੍ਰੀ ਚੰਦ ਦੇ ਫਾਲੋਵਰ ਸੀ। ਗੁਰਬਾਣੀ ਤੇ ਇੱਕ ਇੱਕ ਪਾਸੇ ਰਹਿ ਗਈ ਉਹਨਾਂ ਵਾਸਤੇ। ਹੁਣ ਗੁਰਮੁਖਾਂ ਦੇ ਦਰਸ਼ਨ ਗੁਰਮੁਖ ਕਿੱਥੇ ਲੱਭੀਏ ਵੀ? ਸਾਨੂੰ ਕਿੱਦਾਂ ਪਤਾ ਲੱਗੇ ਗੁਰਮੁਖ? ਸਾਨੂੰ ਉਹਦੇ ਸਿਰਫ਼ ਪਹਿਰਾਵੇ ਤੋਂ ਪਤਾ ਲੱਗੇਗਾ, ਸਾਨੂੰ ਉਹਦੀ ਦਿੱਖ ਤੋਂ ਪਤਾ ਲੱਗੇਗਾ, ਪਰ ਅਸੀਂ ਤੇ ਕਹਿ ਰਹੇ ਹਾਂ ਕਿ ਦਿੱਖ ਤੇ ਹੈ ਹੀ ਨਹੀਂ। ਸਰੀਰ ਤੇ ਸਿੱਖ ਹੀ ਨਹੀਂ ਹੈ, ਸਿੱਖ ਸੁਰਤ ਹੈ। ਸੁਰਤ ਨੂੰ ਅਸੀਂ ਦੇਖ ਨਹੀਂ ਸਕਦੇ, ਸੁਰਤ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ। ਉਹ ਕਹਿੰਦੇ ਮੇਰਾ ਵਪਾਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕਿ ਮੇਰਾ ਸੱਚਾ ਸੌਦਾ ਹਰਨਾਮ ਹੈ, ਸੱਚਾ ਵਪਾਰਾ ਰਾਮ, ਮੈਂ ਸੱਚ ਦਾ ਵਪਾਰ ਕਰਦਾ, ਨਾਮ ਜਪ-ਜਪ ਕੇ। ਇਹ ਸਿਰਫ਼ ਇੱਥੇ ਨਹੀਂ ਹੈ ਕਿ ਸੱਚ ਦਾ ਸਿਰਫ਼ ਨਾਮ ਜਪਣਾ ਹੀ ਸੱਚ ਦਾ ਨਾ, ਉਹਦੇ ਇਲਾਵਾ ਸ਼ੁਰੂਆਤ ਸਾਨੂੰ ਚੰਗੇ ਗੁਣ ਵੀ ਸਾਡੇ 'ਚ ਹੋਣੇ ਚਾਹੀਦੇ ਆ। ਸਾਡੇ ਕਰੈਕਟਰਿਸਟਿਕਸ ਚੰਗੇ ਹੋਣੇ ਚਾਹੀਦੇ ਆ, ਸਾਡੇ ਕੰਮ ਚੰਗੇ ਹੋਣੇ ਚਾਹੀਦੇ ਆ। ਝੂਠ ਨੂੰ ਅਸੀਂ ਕੋਈ ਤਰਜੀਹ ਨਹੀਂ ਦੇਣੀ, ਬੇਈਮਾਨੀ ਨੂੰ ਕੋਈ ਤਰਜੀਹ ਨਹੀਂ ਦੇਣੀ। ਆਹ ਚੀਜ਼ਾਂ ਚੇਂਜ ਕਰਨੀਆਂ ਸੀ। ਆਹ ਚੀਜ਼ਾਂ ਚੇਂਜ ਕਰਨੀਆਂ ਸੀ। ਇੱਥੇ ਕੁੜਤਾ ਪਜਾਮਾ ਪਾ ਕੇ ਗੁਰਮੁਖ ਬਣੇ ਹੋਏ ਆ। ਉਹ ਨਹੀਂ ਭਾਈ, ਕੁੜਤਾ ਪਜਾਮਾ ਪਾਓ, ਚਾਹੇ ਪੈਂਟ ਟੀ-ਸ਼ਰਟ ਪਾਓ, ਕੋਈ ਫ਼ਰਕ ਨਹੀਂ ਆ, ਕਿਉਂਕਿ ਸੁਰਤੀ ਸਿੱਖ ਹੈ। ਉਹ ਤੇ ਕੱਪੜਾ, ਕੱਪੜੇ ਨੂੰ ਸ਼ੇਪ ਦੇ ਕੇ ਅਸੀਂ ਸਰੀਰ ਤੇ ਚਾੜ ਲਿਆ। ਸੁਰਤੀ ਨੂੰ ਅਸੀਂ ਚੇਂਜ ਕਰਨਾ, ਸੁਰਤੀ ਨੂੰ ਅਸੀਂ ਸਿੱਖ ਬਣਾਉਣਾ, ਸੁਰਤੀ ਨੂੰ ਅਸੀਂ ਗੁਰਬਾਣੀ, ਗੁਰੂ ਦੇ ਨਾਲ ਜੋੜਨਾ, ਸੁਰਤੀ ਨੂੰ ਅਸੀਂ ਅ ਅ ਪ੍ਰਕਾਸ਼ਮਾਨ ਕਰਨਾ, ਉਜਾਗਰ ਕਰਨਾ। ਸਾਚ ਵਖਰ ਕੇ ਹਮ ਵਣਜਾਰੇ, ਇੱਕੋ ਇੱਕ ਸੱਚ ਵਖਰ ਹੈ, ਨਾਮ, ਉਹਦਾ ਮੈਂ ਵਪਾਰ ਕਰਦਾ। ਤੇ ਉਹ ਕਹਿੰਦੇ ਆਹ ਮੇਰਾ ਸਿਸਟਮ ਹੈ, ਇਸ ਸਿਸਟਮ ਨੂੰ ਫਾਲੋ ਕਰਕੇ ਮੈਂ ਪਾਰ ਲੰਘ ਜਾਨਾ। ਸਿੰਪਲ। ਪਰ ਇਹਨੂੰ ਇੰਨਾ ਕੰਪਲੀਕੇਟ ਬਣਾਤਾ, ਆਮ ਬੰਦੇ ਜਿਹੜੇ ਉਹ ਇਸ ਬੰਨੇ ਲੱਗਦੇ ਹੀ ਨਹੀਂ। ਇੰਨਾ ਔਖਾ ਕਰ ਦਿੱਤਾ ਇਹਨੂੰ। ਇਹ ਕਰਾਂਗੇ ਅੱਗੇ ਜਾ ਕੇ ਗੱਲਾਂ, ਹਲੇ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਇਹ ਚੀਜ਼ਾਂ ਵਿਚਾਰਨੀਆਂ ਨੇ। ਜੋ ਲਿਖਿਆ ਆਪਾਂ ਉਹ ਵਿਚਾਰ ਰਹੇ ਹਾਂ। ਕੋਈ ਹੋਰ ਆਪਾਂ ਗੁਰਬਾਣੀ ਤੋਂ ਬਾਹਰ ਦੀ ਗੱਲ ਨਹੀਂ ਕਰਨੀ। ਮੈਨੂੰ ਪਤਾ ਮਜਬੂਰੀ ਹੈ, ਕਈ ਵਾਰੀ ਮੈਂ ਇਸ ਵਿਚਾਰਾਂ ਦੇ ਵੇਗ ਵਿੱਚ ਮਹਿਸੂਸ ਹੁੰਦਾ ਕਿ ਸਾਨੂੰ ਬਾਬਾ ਨਾਨਕ ਕਹਿੰਦਾ ਕੀ ਸੀ ਕਰਨ ਵਾਸਤੇ, ਔਰ ਅਸੀਂ ਲੱਗ ਕਿਹੜੇ ਪਾਸੇ ਗਏ। ਹਾਂ, ਦੁੱਖ ਹੁੰਦਾ ਅੰਦਰ, ਵਿਚਾਰ ਤੰਗ ਵੀ ਕਰਦੇ ਆ, ਲੇਕਿਨ ਨਹੀਂ, ਫਿਰ ਅਸੀਂ ਸਾਚ ਵਖਰ ਕੇ ਹਮ ਵਣਜਾਰੇ, ਇਹ ਅਸੂਲ ਨੂੰ ਫਾਲੋ ਕਰਨਾ। ਤੇ ਜਦੋਂ ਕਿਤੇ ਏਦਾਂ ਦੀ ਹਾਲਾਤ ਬਣੇ, ਉਦੋਂ ਵਾਹਿਗੁਰੂ, 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 ਆਪਣੇ ਮਨ ਨੂੰ ਸਾਧ ਲੈਣਾ, ਆਪਣੇ ਮਨ ਨੂੰ ਨਾਮ ਦੇ ਵਿੱਚ ਲਾ ਲੈਣਾ। ਇੱਥੇ ਸਾਡਾ ਨੰਬਰ 18ਵਾਂ ਪਦਾ ਜਿਹੜਾ ਸਾਡਾ ਪੂਰਾ ਹੋ ਗਿਆ। ਅਸੀਂ ਅੱਗੇ ਡਿਸਕਸ ਕਰੀਏ ਪਦਾ ਨੰਬਰ 19। ਕਿਤ ਬਿਧ ਪੁਰਖਾ ਜਨਮ ਵਟਾਇਆ। ਆ ਗਏ ਹੁਣ ਲੈਣ ਤੇ। ਆ ਹੁਣ ਦੇਖੋ, ਹੌਲੀ-ਹੌਲੀ ਇਹ ਢਹਿੰਦੇ ਜਾਣੇ ਆ। ਸਵਾਮੀ ਕਹਿ ਚੁੱਕੇ ਆ ਉਹਨੂੰ ਪਿੱਛੇ। ਸਵਾਮੀ ਕਹਿ ਚੁੱਕੇ ਆ, ਸੁਣ ਸੁਆਮੀ ਅਰਦਾਸ ਹਮਾਰੀ ਪੂਛੋਂ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ, ਕਿਉ ਪਾਈਐ ਗੁਰਦੁਆਰੋ। ਉਹਨੂੰ ਮਾਲਕ ਆਪਣਾ ਮੰਨ ਚੁੱਕੇ ਆ ਉਹ। ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਗੱਲ ਹੀ ਬੜੀ ਗਾਂਹ ਦੀ ਕਰਦਾ, ਇਹ ਤੇ ਗੱਲ ਹੀ ਕਰਮਖੰਡ ਦੀ, ਸੱਚਖੰਡ ਦੀ ਗੱਲ ਕਰ ਰਿਹਾ। ਕਹਿੰਦੇ ਪੁਰਖਾ ਇੱਕ ਗੱਲ ਦੱਸ ਵੀ ਇਹ ਜਨਮ ਕਿੱਦਾਂ ਵਟਾ ਲਿਆ ਤੂੰ? ਸਾਰਾ ਕੁਛ ਇੰਨਾ ਮਾਇਆ ਤੋਂ ਕਿੱਦਾਂ ਉਪਰਾਮ ਹੋ ਗਿਆ? ਕਾਹੇ ਕੋ ਤੁਝ ਇਹ ਮਨ ਲਾਇਆ। ਤੂੰ ਇੱਕ ਦੇ ਨਾਲ ਆਪਣੇ ਮਨ ਨੂੰ ਕਿਸ ਤਰ੍ਹਾਂ ਜੋੜਿਆ? ਮਨ ਦੇ ਫੁਰਨੇ ਕਿਵੇਂ ਖਤਮ ਕੀਤੇ ਨੇ? ਮਨ ਦੇ ਵਿਚਾਰ ਕਿਵੇਂ ਖਤਮ ਕੀਤੇ ਨੇ? ਮਨ ਨੂੰ ਫੋਕਸ ਕਿਵੇਂ ਕੀਤਾ ਇੱਕ ਥਾਂ ਦੇ ਉੱਤੇ? ਕਿਤ ਬਿਧ ਆਸਾ ਮਨਸਾ ਖਾਈ। ਇਹ ਸੰਤੋਖੀ ਕਿਵੇਂ ਬਣਿਆ ਤੂੰ?
ਨਾ ਕੋਈ ਤੇਰੀ ਆਸ ਹੈ, ਨਾ ਕੋਈ ਤੇਰੀ ਇੱਛਾ ਹੈ। ਇਹ ਮਨ ਨੂੰ ਏਦਾਂ ਦਾ ਕਿਵੇਂ ਬਣਾਇਆ? ਕਿਤ ਬਿਧ ਜੋਤ ਨਿਰੰਤਰੇ ਪਾਈ, ਜਿਹੜੀ ਉਹ ਨਾਮ ਦੀ ਜੋਤ ਤੇਰੇ ਅੰਦਰ ਜਗ ਗਈ ਹੈ, ਪ੍ਰਕਾਸ਼ ਤੇਰੇ ਮਨ ਦੇ ਵਿੱਚ ਹੋ ਗਿਆ ਹੈ, ਤੇਰੀ ਸੁਰਤ ਪ੍ਰਕਾਸ਼ਵਾਨ ਹੋ ਗਈ ਹੈ। ਇਹ ਔਰ ਨਾਲੇ ਉਹ ਨਿਰੰਤਰ ਹੈ, ਲਗਾਤਾਰ ਰਹਿ ਰਹੀ ਹੈ। ਉਹਨਾਂ ਵਿੱਚ ਵੀ ਇੰਨੀ ਭਾਵਨਾ, ਇੰਨਾ ਪਿਆਰ ਸੀ ਕਿ ਬਾਬੇ ਨਾਨਕ ਦੀ ਜਿਹੜੀ ਸੁਰਤੀ ਨੂੰ ਦੇਖਿਆ ਉਹਨਾਂ ਨੇ। ਕਹਿੰਦੇ ਇਹ ਜੋਤ ਨਿਰੰਤਰ ਤੇਰੇ ਅੰਦਰ ਕਿੱਦਾਂ ਜਗ ਪਈ ਹੈ? ਬਿਨ ਦੰਤਾਂ ਕਿਉਂ ਖਾਈਐ ਸਾਰ। ਕਹਿੰਦੇ ਇਹ ਤੇ ਕੰਮ ਹੀ ਬੜਾ ਔਖਾ ਹੈ। ਦੰਦਾਂ ਤੋਂ ਬਿਨਾਂ ਇਹ ਲੋਹਾ ਚੱਬਣਾ ਇਹ ਹੁਣ ਸਿਰਫ ਇੱਕ ਸਿੰਬਲੀ ਹੈ, ਇੱਕ ਉਦਾਹਰਣ ਲਈ ਹੈ ਵੀ ਦੰਦਾਂ ਤੋਂ ਬਿਨਾਂ ਇਹ ਲੋਹਾ ਕਿਵੇਂ ਚੱਬ ਲਿਆ। ਕਹਿੰਦੇ ਕਿਰਪਾ ਕਰੋ, ਇਹ ਸਾਨੂੰ ਹੋਰ ਹੋਰ ਸਾਨੂੰ ਵਿਜ਼ਨ ਦਿਓ, ਸਾਨੂੰ ਕਲੈਰਿਟੀ ਦਿਓ। ਨਾਨਕ ਸਾਚਾ ਕਰੋ ਵਿਚਾਰ। ਇਸ ਬਾਰੇ ਸਾਨੂੰ ਕਲੈਰਿਟੀ ਦਿਓ ਕਿ ਇਹ ਜਿਹੜਾ ਇੰਨਾ ਔਖਾ ਕੰਮ ਕੀਤਾ ਤੁਸੀਂ ਮਨ ਨੂੰ ਸਾਧ ਕੇ ਉਸ ਜੋਤ ਦੇ ਵਿੱਚ ਤੁਸੀਂ ਲੀਨ ਹੋਏ ਹੋ ਜਿਉਂਦੇ ਜੀ, ਦੁਨੀਆ 'ਚ ਰਹਿੰਦੇ। ਇਹ ਜਿਹੜਾ ਕੰਮ ਤੁਸੀਂ ਕੀਤਾ ਇਹ ਤੇ ਏਦਾਂ ਦਾ ਵੀ ਜਿਵੇਂ ਜਿਵੇਂ ਬਿਨਾਂ ਦੰਦਾਂ ਤੋਂ ਤੁਸੀਂ ਲੋਹਾ ਚੱਬ ਲਿਆ। ਇਹ ਇਸ ਚੀਜ਼ ਦਾ ਸਾਨੂੰ ਵਿਚਾਰ ਦਿਓ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਓਏ ਹੋਏ! ਵਾਹਿਗੁਰੂ। ਕਿਤ ਬਿਧ ਪੁਰਖਾ ਜਨਮ ਵਟਾਇਆ। ਇਹ ਕਹਿੰਦੇ ਆਪਣਾ ਜਿਹੜਾ ਤੂੰ ਇਹ ਕਿੱਦਾਂ ਸਾਰਾ ਕੁਛ ਤਬਦੀਲ ਕੀਤਾ। ਕਹਿੰਦੇ ਸਤਿਗੁਰ ਕੈ ਜਨਮੇ, ਸਤਿਗੁਰ ਕੈ ਜਨਮੇ ਹੁਣ ਫੇਰ ਸਮਝ ਇਹਦੀ ਇਹੀ ਮੀਨਿੰਗ ਹੋਏਗਾ ਕਿ ਅੰਦਰ ਪ੍ਰਗਟ ਕੀਤਾ ਮੈਂ ਉਹਨੂੰ, ਸਤਿਗੁਰ ਨੂੰ ਅੰਦਰ ਖੜਾ ਕੀਤਾ ਮੈਂ। ਪ੍ਰਕਾਸ਼ ਤੋਂ ਬਾਅਦ, ਸੁੰਨ ਅਵਸਥਾ ਤੋਂ ਬਾਅਦ ਨਾਮ ਜਪ-ਜਪ ਕੇ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਖੜਾ ਕਰ ਲਿਆ। ਸ਼ਬਦ ਔਰ ਸੁਰਤੀ ਦਾ ਮੇਲ ਜਿੱਥੇ ਹੋ ਗਿਆ, ਉੱਥੇ ਪਰਮਾਤਮਾ ਪ੍ਰਗਟ ਹੋਏਗਾ ਔਰ ਉਹ ਅੰਦਰ ਪ੍ਰਗਟ ਹੋਏਗਾ ਸਰੀਰ ਦੇ। ਕਹਿੰਦੇ ਉਹਦੇ ਨਾਲ ਮੈਂ ਇਹ ਜਿਹੜਾ ਗਵਨ ਸੀ, ਮਨ ਦਾ ਇੱਧਰ-ਉੱਧਰ ਜਾਣਾ, ਮਨ ਦਾ ਭਟਕਣਾ, ਫੁਰਨਿਆਂ ਦਾ ਆਉਣਾ, ਇਹ ਸਾਰਾ ਕੁਛ ਮੈਂ ਖਤਮ ਕਰ ਦਿੱਤਾ। ਅਨਹਤੇ ਰਾਤੇ, ਅਨਹੱਤੇ ਤੱਤੇ ਨੂੰ ਸਿਹਾਰੀ, ਅਨਹੱਤੇ ਰਾਤੇ ਇਹ ਮਨ ਲਾਇਆ। ਮੈਂ ਇੱਕ ਅਕਾਲ ਪੁਰਖ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਲਾ ਦਿੱਤਾ। ਕਿਤ ਬਿਧ ਪੁਰਖਾ ਜਨਮ ਵਟਾਇਆ। ਉਹ ਕਹਿੰਦੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਇਹ ਜਨਮ ਜਿਹੜਾ ਮੈਂ ਵਟਾਇਆ, ਅੰਦਰ ਸਤਿਗੁਰ ਨੂੰ ਖੜਾ ਕੀਤਾ ਮੈਂ, ਸ਼ਬਦ ਔਰ ਸੁਰਤੀ ਦਾ ਮੇਲ ਕਰਕੇ। ਫਿਰ ਅੱਗੇ ਕਹਿੰਦੇ ਕਾਹੇ ਕੋ ਤੁਝ ਇਹ ਮਨ ਲਾਇਆ। ਵੀ ਆਪਣਾ ਮਨ ਨੂੰ ਕਿਹਦੇ ਨਾਲ ਜੋੜਿਆ? ਅਨਹੱਤੇ ਰਾਤੇ ਇਹ ਮਨ ਲਾਇਆ। ਮੈਂ ਉਸ ਅਗੰਮੀ ਧੁਨੀ ਦੇ ਵਿੱਚ, ਅਨਹੱਤ ਵਿੱਚ ਇੱਕ ਰਸ ਨਾਮ ਦੇ ਵਿੱਚ ਇਸ ਮਨ ਨੂੰ ਲਾ ਦਿੱਤਾ। ਰਤਿਆ ਜਾਣਾ ਇੱਕ ਰੰਗ ਹੁੰਦਾ, ਰੰਗ ਚੜ੍ਹਨਾ ਇੱਕ ਕੱਚੀ ਸਟੇਜ ਹੁੰਦੀ ਹੈ ਹਾਲੇ। ਰੰਗ ਤੋਂ ਬਾਅਦ ਆਉਂਦੀ ਰੱਤੇ ਦੀ ਸਟੇਜ, ਜਿੱਥੇ ਜਾ ਕੇ ਪ੍ਰਮਾਤਮਾ ਨਾਲ ਮਿਲਾਪ ਦੀ ਜਿਹੜੀ ਅਵਸਥਾ ਹੈ, ਰੱਤੇ ਜਾਣਾ। ਤਾਂਹੀਓ ਇਹ ਰੰਗ ਰਾਤੇ ਲਫ਼ਜ਼ ਕਈ ਵਾਰੀ ਗੁਰਬਾਣੀ 'ਚ ਆਇਆ, ਇਹਦੀ ਆਪ ਖੋਜ ਕਰਨੀ ਹੈ ਅਭਿਆਸੀਆਂ ਨੇ। ਰੰਗਣਾ ਜਿਹੜਾ ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਜਿਉ। ਰੰਗ ਕੱਚਾ ਹੋ ਸਕਦਾ, ਰੰਗਲੇ ਸੱਜਣ ਆਪਾਂ ਬਣ ਜਾਾਂਗੇ ਟੈਂਪਰੇਰੀ, ਲੇਕਿਨ ਇਹਨੂੰ ਰੱਤੇ ਤੱਕ ਲਿਜਾਣਾ ਹੈ। ਰੱਤੇ ਸਹੀ ਜੇ ਮੁੱਖ ਨਾ ਮੋੜਨ, ਉਹ ਫਿਰ ਪ੍ਰਮਾਤਮਾ ਵਾਲੇ ਪਾਸਿਓਂ
ਕਦੇ ਨਹੀਂ ਮੁੜਦੇ, ਕਿਉਂਕਿ ਅੰਦਰ ਪਰਮਾਤਮਾ ਉਹਨਾਂ ਦੇ ਪ੍ਰਗਟ ਹੋ ਜਾਂਦਾ, ਖੜਾ ਹੋ ਜਾਂਦਾ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਅਨਹਤ ਰਾਤੇ ਇਹ ਮਨ ਲਾਇਆ। ਇਹ ਮਨ ਨੂੰ ਮੈਂ ਇੱਕ ਰਸ, ਇੱਕ ਲਗਾਤਾਰ ਨਿਰੰਤਰ ਨਾਮ ਦੇ ਵਿੱਚ ਲਾ ਦਿੱਤਾ। ਹੁਣ ਗੱਲ ਆਈ ਆਸਾ ਮਨਸਾ ਦੀ। ਉਹ ਕਹਿੰਦੇ ਮਨਸਾ ਆਸਾ ਸ਼ਬਦੇ ਜਲਾਈ, ਸ਼ਬਦ ਦੇ ਦੁਆਰਾ, ਸ਼ਬਦ ਦੇ ਜ਼ਰੀਏ ਮੈਂ ਮਨ ਦੇ ਫੁਰਨੇ, ਇੱਛਾਵਾਂ, ਆਸਾਂ, ਇਹ ਸ਼ਬਦ ਨਾਲ ਮੈਂ ਸਾੜ ਦਿੱਤੀਆਂ ਨੇ। ਗੁਰਮੁਖੇ ਜੋਤ ਨਿਰੰਤਰੇ ਪਾਈ, ਗੁਰੂ ਦੀ ਕਿਰਪਾ ਦੁਆਰਾ ਗੁਰਮੁਖ ਸਿਸਟਮ ਨੂੰ ਅਪਣਾ ਕੇ ਮੈਂ ਉਹ ਜੋਤ ਲਗਾਤਾਰ ਜਿਹੜੀ ਹੈ ਪ੍ਰਕਾਸ਼, ਸਤਿਗੁਰ ਦਾ ਮਿਲਣਾ, ਗੁਰਮੁਖੇ ਜੋਤ ਨਿਰੰਤਰੇ ਪਾਈ। ਇਸ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਇਸ ਕਰਕੇ ਜੋਤ ਇਹਨੂੰ ਵੀ ਸਿਹਾਰੀ ਹੈ। ਗੁਰਮੁਖੇ ਇੱਕ ਨੂੰ ਮੰਨਣਾ, ਇੱਕ ਨੂੰ ਧਿਆਉਣਾ, ਇੱਕ ਨਾਲ ਪ੍ਰਤੀਤ, ਇੱਕ ਦੁਆਰਾ ਦੀਖਿਅਤ, ਇੱਕ ਨੂੰ ਜਪਣਾ। ਉਸ ਸਿਸਟਮ ਦੇ ਅਪਣਾਉਣ ਤੋਂ ਬਾਅਦ ਮੈਂ ਉਹ ਅਕਾਲ ਪੁਰਖ ਦੀ ਜੋਤ ਮੇਰੇ ਅੰਦਰ ਹਮੇਸ਼ਾ ਵਾਸਤੇ ਪ੍ਰਗਟ ਹੋ ਗਈ ਹੈ। ਪ੍ਰਕਾਸ਼ ਮੇਰੇ ਅੰਦਰ ਹਮੇਸ਼ਾ ਵਾਸਤੇ ਹੋ ਗਿਆ। ਤ੍ਰੈ ਗੁਣ ਮੇਟੇ ਖਾਈਏ ਸਾਰ। ਕਹਿੰਦੇ ਇਹ ਜਿਹੜਾ ਗੱਲ ਕਰਦੇ ਹੋ ਵੀ ਤੁਸੀਂ ਲੋਹਾ ਕਿੱਦਾਂ ਚੱਪਿਆ ਹੈ, ਇਹ ਕੋਈ ਮੁਸ਼ਕਲ ਨਹੀਂ ਹੈ। ਇਹ ਬਸ ਤ੍ਰੈ ਗੁਣ ਮੈਂ ਖਤਮ ਕਰਤੇ। ਜਿਹੜੇ 3 ਗੁਣ ਮਾਇਆ ਦੇ 3 ਗੁਣ ਨੇ, ਤਮੋ, ਰਜੋ, ਸਤੋ। ਮੈਂ ਇੱਕ ਐਗਜ਼ਾਮਪਲ ਦਿੰਨਾ, ਇਹ ਚੀਜ਼ ਬਾਰੇ ਪਤਾ ਲੱਗ ਜਾਊਗਾ ਵੀ ਤ੍ਰੈ ਗੁਣ ਕੀ ਨੇ। ਇਹਨਾਂ ਨੂੰ ਆਪਾਂ ਡੀਟੇਲ 'ਚ ਅੱਗੇ ਸ਼ਬਦਾਂ ਦੇ ਵਿੱਚ ਜ਼ਰੂਰ ਵਿਚਾਰਾਂਗੇ, ਇਹ ਬਹੁਤ ਵਾਰੀ ਆਉਣਾ। ਇਹ ਹੈ ਤਮ ਸੰਸਾਰ ਚਰਨ ਲਗ ਤਰੀਐ। ਤਮ ਕੀ ਹੈ? ਇਹ ਤਮ ਪਹਿਲਾ ਜਿਹੜਾ ਹੈ ਤ੍ਰੈ ਗੁਣ 'ਚੋਂ ਨੰਬਰ 1 ਤੇ ਹੈ ਤਮ। ਇਹ ਲੇਮੈਨ ਲੈਂਗੁਏਜ ਦੇ ਵਿੱਚ ਆਪਾਂ ਇਹਨੂੰ ਖੋਲਦੇ ਹਾਂ। ਤ੍ਰੈ ਗੁਣਾਂ ਦੇ ਵਿੱਚ ਸਭ ਤੋਂ ਪਹਿਲਾ ਹੈ ਤਮ। ਤਮ ਸੰਸਾਰ, ਕਹਿੰਦੇ ਸਾਰਾ ਸੰਸਾਰ ਜਿਹੜਾ ਉਹ ਤਮੋ ਗੁਣ ਦੇ ਵਿੱਚ ਖੇਡ ਰਿਹਾ। ਇਹ ਹੈ, ਏਦਾਂ ਮੰਨ ਲਓ ਬਈ ਆਪਾਂ ਰਾਹ ਤੇ ਤੁਰੇ ਜਾ ਰਹੇ ਹਾਂ, ਰਾਹ ਦੇ ਵਿੱਚ ਕੇਲਿਆਂ ਦੀ ਲੱਗੀ ਹੈ ਰੇਹੜੀ। ਇਹ ਪੁਰਾਣੀ ਮੈਂ ਗੱਲ ਕਰਦਾ, ਐਗਜ਼ਾਮਪਲ ਮੈਨੂੰ ਸਾਡੇ ਬਾਪੂ ਜੀ ਨੇ ਐਗਜ਼ਾਮਪਲ ਦੱਸੀ। ਬੜੀ ਵਾਰੀ ਅਸੀਂ ਐਗਜ਼ਾਮਪਲ ਕਈ ਵਾਰੀ ਆਪਣੇ ਆਪਣੇ ਪ੍ਰਚਾਰ 'ਚ ਵੀ ਇਹ ਡਿਸਕਸ ਕੀਤੀ ਹੈ। ਬਿਲਕੁਲ ਫਿੱਟ ਬੈਠਦੀ ਚੀਜ਼ ਹੈ। ਇਹ ਤ੍ਰੈ ਗੁਣ ਨੂੰ ਸਮਝਣ ਵਾਸਤੇ ਬੜੀ ਫਿੱਟ ਚੀਜ਼ ਬੈਠਦੀ ਹੈ। ਹੁਣ ਤ੍ਰੈ ਗੁਣ ਦੇ ਵਿੱਚ ਨੰਬਰ 1 ਤੇ ਹੈ ਤਮੋ ਗੁਣ। ਤਮ ਸੰਸਾਰ, ਸਾਰਾ ਸੰਸਾਰ ਤਕਰੀਬਨ ਇਸ ਗੁਣ ਦੇ ਵਿੱਚ ਖੇਡ ਰਿਹਾ। ਹੁਣ ਇਹ ਕੇਲਿਆਂ ਦੀ ਰੇਹੜੀ ਲੱਗੀ, ਬੰਦਾ ਤੁਰਿਆ ਜਾ ਰਿਹਾ, ਕੇਲੇ ਦੇਖ ਕੇ ਉਹਦੇ ਮਨ 'ਚ ਆਇਆ ਵੀ ਯਾਰ ਖਾਈਏ ਕੇਲੇ। ਉਹਨੇ ਜਾ ਕੇ ਉਹਨੂੰ ਕਿਹਾ ਵੀ ਭਾਈ ਕੇਲੇ ਕੱਟ ਕੇ, ਲਾ ਕੇ, ਲੂਣ ਮਸਾਲਾ ਚੰਗੀ ਤਰ੍ਹਾਂ ਮੈਨੂੰ ਦੇ ਤੇ ਮੈਂ ਇਹਨਾਂ ਨੂੰ ਖਾਵਾਂ। ਮਤਲਬ ਉਹਨੇ ਉਹ ਵਸਤੂ ਲਈ ਹੈ ਆਪਣੇ ਵਾਸਤੇ, ਆਪਣੇ ਸਰੀਰ ਵਾਸਤੇ, ਆਪਣੀ ਇੱਛਾ ਨੂੰ ਪੂਰੇ ਕਰਨ ਵਾਸਤੇ। ਉਹ ਕੇਲੇ ਖਾਂਦਾ, ਸਵਾਦ ਲੈਂਦਾ, ਖਤਮ ਹੋ ਗਿਆ। ਇਹ ਹੋ ਗਿਆ ਤਮੋ ਗੁਣ, ਕਿ ਆਪਣੇ ਵਾਸਤੇ, ਆਪਣੇ ਸੈਲਫ ਨੂੰ ਮੁੱਖ ਰੱਖਣਾ। ਹੁਣ ਨੰਬਰ 2 ਤੇ ਆ ਗਿਆ ਰਜੋ ਗੁਣ। ਨੰਬਰ 2 ਤੇ ਜਿਹੜਾ ਰਜੋ ਗੁਣ ਹੈ, ਉਹ ਉਸੇ ਤਰ੍ਹਾਂ ਹੀ ਐਗਜ਼ਾਮਪਲ ਲਓ ਵੀ ਕੇਲਿਆਂ ਦੀ ਰੇਹੜੀ ਲੱਗੀ ਆ, ਬੰਦਾ ਤੁਰਿਆ ਜਾ ਰਿਹਾ ਤੇ ਉਹ ਬੰਦਾ ਰੇਹੜੀ ਤੇ ਖਲੋ ਗਿਆ। ਉਹਨੂੰ ਕਹਿੰਦਾ ਵੀ ਭਾਈ ਕੇਲੇ ਦੇ ਕੱਟ ਕੇ ਉਦਾਂ ਹੀ ਲੂਣ ਲਾ, ਪਰ ਕਹਿੰਦਾ ਵੀ ਅੱਜ ਮੈਂ ਨਹੀਂ ਖਾਣੇ, ਅੱਜ ਮੈਂ ਆਪਣੀ ਫੈਮਿਲੀ ਵਾਸਤੇ ਲੈ ਕੇ ਜਾਣਾ। ਉਹ ਆ ਗਿਆ ਫੈਮਿਲੀ ਦਾ, ਵੀ ਉਹ ਆਪਣੀ ਹੀ ਫੈਮਿਲੀ ਹੈ। ਦੇਖੋ ਉਹਦੀ ਵੀ ਉਹ ਆਪਣਾ ਆਪ ਨਹੀਂ, ਆਪ ਉਹਨੇ ਤਿਆਗ ਕਰ ਦਿੱਤਾ, ਪਰ ਆਪਣੇ ਪਰਿਵਾਰ ਨੂੰ, ਹੈ ਨਾ ਜੀ। ਕਈ ਕਹਾਵਤਾਂ ਵੀ ਬਣੀਆਂ ਏਦਾਂ ਦੀ, ਅੰਨਾ ਵੰਡੇ ਰੇੜੀਆਂ ਮੁੜ ਮੁੜ ਆਪਣਿਆਂ ਨੂੰ, ਹੈ ਨਾ। ਉਹ ਵੀ ਚੀਜ਼ ਜਿਹੜੀ ਹੈ ਨੀਵੀਂ ਹੈ। ਇਹ ਗੁਰਮੁਖ ਸਿਸਟਮ ਤੋਂ ਬਹੁਤ ਨੀਵੀਂ ਚੀਜ਼ ਹੈ। ਅੱਛਾ, ਤਮੋ ਹੋ ਗਿਆ ਸੈਲਫ, ਆਪਣੇ ਵਾਸਤੇ। ਰਜੋ ਹੋ ਗਿਆ ਨਾ ਆਪਣਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ। ਹੁਣ ਆ ਗਿਆ ਸਤੋ ਗੁਣ। ਸਤੋ ਗੁਣ ਜਿਹੜਾ ਹੈ ਉਹ ਹੈ ਉਦਾਂ ਹੀ, ਉਹ ਕੇਲਿਆਂ ਦੀ ਰੇਹੜੀ ਲੱਗੀ, ਬੰਦਾ ਤੁਰਿਆ ਜਾ ਰਿਹਾ,
ਉਹ ਉਹਨੂੰ ਕਹਿੰਦਾ ਵੀ ਭਾਈ ਓਦਾਂ ਹੀ ਕੇਲੇ ਕੱਟ, ਓਦਾਂ ਹੀ ਇਹ ਲਾਲ ਲੂਣ ਮਸਾਲਾ, ਤੇ ਅੱਜ ਨਾ ਮੈਂ ਖਾਣੇ ਆ, ਨਾ ਮੈਂ ਆਪਣੇ ਪਰਿਵਾਰ ਨੂੰ ਦੇਣੇ ਆ, ਅੱਜ ਮੈਂ ਉਹ ਗਰੀਬ ਝੁੱਗੀ ਵਾਲੇ ਜਿਹੜੇ ਬੈਠੇ ਆ ਉਹਨਾਂ ਨੂੰ ਜਾ ਕੇ ਮੈਂ ਖਵਾ ਦੇਣੇ ਆ। ਇਹ ਆ ਗਿਆ ਸਤੋ ਗੁਣ, ਉੱਚਾ ਹੈ, ਲੇਕਿਨ ਇਹ ਵੀ ਗੁਣ ਜਿਹੜਾ ਜਿਹੜਾ ਹੈ ਉਹ ਪ੍ਰਮਾਤਮਾ ਤੱਕ ਨਹੀਂ ਪਹੁੰਚਾਉਂਦਾ। ਤਾਂ ਜਿੰਨਾ ਮਰਜ਼ੀ ਇਹ ਮਤਲਬ ਮੈਂ ਕੋਈ ਹੋਰ ਚੀਜ਼ ਕੋਈ ਵਾਧੂ ਨਹੀਂ ਐਕਸਪਲੇਨ ਕਰਨਾ ਚਾਹ ਰਿਹਾ ਇੱਥੇ। ਸਿਰਫ ਇਹ 3 ਗੁਣਾਂ ਨੂੰ ਆਪਾਂ ਸਮਝਣਾ ਚੰਗੀ ਤਰ੍ਹਾਂ। ਤਮੋ ਹੋ ਗਿਆ ਸਿਰਫ ਆਪਣੇ ਵਾਸਤੇ, ਰਜੋ ਹੋ ਗਿਆ ਆਪਣਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ, ਸਤੋ ਹੋ ਗਿਆ ਨਾ ਆਪਣੇ ਵਾਸਤੇ, ਨਾ ਆਪਣੇ ਪਰਿਵਾਰ ਵਾਸਤੇ, ਕਿਸੇ ਤੀਸਰੇ ਦੇ ਵਾਸਤੇ। ਤ੍ਰੈ ਗੁਣ ਮੇਟੇ ਖਾਈਐ ਸਾਰ, ਕਹਿੰਦੇ ਤੂੰ ਤਿੰਨਾਂ ਗੁਣਾਂ ਤੋਂ ਉੱਪਰ ਉੱਠਣਾ। ਤਿੰਨਾਂ ਗੁਣਾਂ ਤੋਂ ਜਦੋਂ ਉੱਪਰ ਉੱਠ ਗਿਆ ਤੇ ਇਹ ਤੂੰ ਜਿਹੜੇ ਲੋਹੇ ਚਬਾਉਣ ਦੀ ਜਿਹੜਾ ਔਖਾ ਕੰਮ ਕਹਿ ਰਹੇ ਹੋ ਤੁਸੀਂ, ਇਹਨੂੰ ਆਪਾਂ ਕਰ ਸਕਦੇ ਹਾਂ। ਰਜੋ ਤਮੋ ਸਤੋ ਦਾ ਅਸਰ ਆਪਣੇ ਤੇ ਨਹੀਂ ਪੈਣ ਦੇਣਾ, ਤ੍ਰੈ ਗੁਣ ਦਾ ਅਸਰ ਆਪਣੇ ਮਨ ਤੇ ਨਹੀਂ ਪੈਣ ਦੇਣਾ। ਏਦਾਂ ਅਸੀਂ ਮਾਇਆ ਦੀ ਜਿਹੜੀ ਸੱਟ ਹੈ ਉੱਥੋਂ ਬਚਣਾ, ਖਾਈਏ ਸਾਰ। ਏਦਾਂ ਇਹ ਅਸੀਂ ਜਿਹੜਾ ਲੋਹਾ ਚਬਾਉਣਾ। ਅੱਛਾ, ਫਿਰ ਆਪਣਾ ਅਸੀਂ ਕਰਨਾ ਕੰਮ, ਉੱਦਮ, ਇਹਨੂੰ ਕਹਿੰਦੇ ਉੱਦਮ ਕਰਨਾ। ਗੁਰਬਾਣੀ ਸੁਣ ਕੇ, ਗਿਆਨ ਸੁਣ ਕੇ ਅਸੀਂ ਕਰਨੀ ਆ ਪ੍ਰੈਕਟਿਸ, ਨਾਮ ਜਪਣਾ, ਉੱਦਮ ਕਰਨਾ। ਕਹਿੰਦੇ ਅੱਗੇ ਨਾਨਕ ਤਾਰੇ ਤਾਰਨਹਾਰ, ਕਹਿੰਦੇ ਵੀ ਏਦਾਂ ਦਾ ਜੀਵਨ ਤੁਹਾਡਾ ਹੋਊਗਾ ਤੇ ਤੁਹਾਨੂੰ ਕਿਉਂ ਨਾ ਫਿਰ ਉਹ ਕਰਤਾ ਪੁਰਖ ਕਿਰਪਾ ਕਰੂਗਾ, ਕਿਉਂ ਨਾ ਗੁਰਪ੍ਰਸਾਦ ਦੇ ਪਾਤਰ ਤੁਸੀਂ ਬਣੋਗੇ, ਕਿਉਂ ਨਾ ਤੁਹਾਨੂੰ ਤਾਰੂਗਾ ਉਹ। ਤਾਰੂਗਾ ਮਤਲਬ ਸਟੇਟ ਆਫ ਮਾਈਂਡ ਤੁਹਾਡੀ ਜਿਹੜੀ ਆ ਉਹ ਚੇਂਜ ਹੋਊਗੀ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ। ਅੱਗੇ ਜਿਹੜੀ ਗੱਲ ਆਉਣੀ ਹੈ ਇੰਪੋਰਟੈਂਟ, ਉਹ ਹੈ ਤੁਰਿਆ ਗੁਣ। ਇਹ ਤਿੰਨਾਂ ਗੁਣਾਂ ਤੋਂ ਜਦੋਂ ਅਸੀਂ ਬਾਹਰ ਨਿਕਲਾਂਗੇ, ਉਹ ਤੁਰਿਆ ਗੁਣ ਸਾਨੂੰ, ਤੁਰਿਆ ਗੁਣ ਮਿਲ ਸਾਧ ਪਛਾਣੈ, ਜਿੱਥੇ ਜਾ ਕੇ ਸਾਨੂੰ ਅਕਾਲ ਪੁਰਖ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਣਾ। ਹਲੇ ਤੁਰਿਆ ਗੁਣ, ਅਸੀਂ ਉੱਥੇ ਜਾਣਾ, ਉਹਦਾ ਹਲੇ ਜ਼ਿਕਰ ਨਹੀਂ ਹੈ ਇੱਥੇ, ਇਸ ਕਰਕੇ ਆਪਾਂ ਗਾਂਹ ਜਾ ਕੇ ਉਹਦਾ ਜ਼ਿਕਰ ਕਰਾਂਗੇ। ਸੋ ਤ੍ਰੈ ਗੁਣ ਤੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਤੇ ਜਦੋਂ ਅਸੀਂ ਬਾਹਰ ਆ ਗਏ, ਫਿਰ ਜਿਹੜਾ ਔਖਾ ਕੰਮ ਹੈ, ਜਿਹੜਾ ਲੋਹੇ ਨੂੰ ਚੱਬਣ ਵਾਲਾ, ਉਹਨਾਂ ਨੇ ਬਿਨ ਦੰਤਾਂ ਕਿਉਂ ਖਾਈਐ ਸਾਰ, ਵੀ ਇਹ ਮਨ ਨੂੰ ਜਿਹੜਾ ਏਦਾਂ ਮਾਇਆ ਤੋਂ ਪਲਟਾਉਣਾ। ਕਿਤਬਿਦ ਆਸਾ ਮਨਸਾ ਖਾਈ, ਕਾਹੇ ਕੋ ਤੁਝ ਇਹ ਮੰਨ ਲਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦਾ ਇੱਕੋ ਇੱਕ ਜਿਹੜਾ ਉਹਨਾਂ ਨੇ ਮੁੱਖ ਜਿਹਾ ਕਾਰਨ ਦੱਸਿਆ, ਵੀ ਕਹਿੰਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠੋ, ਤੁਰਿਆ ਗੁਣ ਦੀ ਅਵਸਥਾ ਤੱਕ ਅਸੀਂ ਜਾਣਾ। ਗੁਰਮੁਖ ਸਿਸਟਮ ਦੇ ਜ਼ਰੀਏ, ਇੱਕ ਤੇ ਭਰੋਸਾ, ਇੱਕ ਤੇ ਪ੍ਰਤੀਤ, ਇੱਕ ਦੁਆਰਾ ਦੀਖਿਤ, ਇੱਕ ਨੂੰ ਜਪਣਾ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਇਹੀ ਚੀਜ਼ ਕੰਮ ਆਉਣੀ ਹੈ। ਮੈਂ ਅੱਜ ਇੱਥੇ ਇਸ ਸ਼ਬਦ ਦੀ ਵਿਚਾਰ ਅੱਜ ਰੋਕਦੇ ਹਾਂ, ਕਿਉਂਕਿ ਅੱਜ ਘੜੀਆਂ ਇੱਥੇ ਚੇਂਜ ਹੋ ਗਈਆਂ ਨੇ, 1 ਘੰਟਾ ਗਾਂਹ ਚਲਾ ਗਿਆ ਟਾਈਮ। ਔਰ ਅੱਜ ਅਸੀਂ ਕਿਤੇ ਜਾ ਕੇ ਆਪਣੀ ਇਕੱਤਰਤਾ ਹੋਰ ਥਾਂ ਕਰਨੀ ਹੈ, ਦੂਰ ਇੱਥੋਂ ਥੋੜ੍ਹਾ ਜਾਣਾ। ਮੈਂ ਇੱਥੇ ਮਾਫ਼ੀ ਮੰਗੂੰਗਾ ਸੰਗਤਾਂ ਤੋਂ। ਅ ਅਗਲੀ ਵਾਰੀ ਫਿਰ ਆਪਾਂ ਇੱਥੋਂ ਸ਼ੁਰੂਆਤ ਕਰਾਂਗੇ। ਆਦਿ ਕੋ ਕਵਨ ਵਿਚਾਰ ਕਥੀਲੇ, ਸੁਨ ਕਹਾਂ ਘਰ ਵਾਸੋ, ਗਿਆਨ ਕੀ ਮੁਦਰਾ ਕਵਨ ਕਥੀਲੇ, ਘਟ ਘਟ ਕਵਨ ਨਿਵਾਸੋ। ਇਹ ਅੰਕ ਨੰਬਰ ਹੋਏਗਾ ਜੀ 21। ਹੁਣ ਸਾਡੇ 20 ਅੰਕ ਪੂਰੇ ਹੁੰਦੇ ਨੇ। ਆਪਾਂ ਅਗਲੀ ਵਾਰ ਤੋਂ ਅਗਲੀ ਵਾਰ ਆਪਾਂ 21 ਨੰਬਰ ਅੰਕ ਤੋਂ ਸ਼ੁਰੂਆਤ ਕਰਾਂਗੇ।